ਜੋ ਅਸੀਂ ਖਾਣੇ ਪੀਂਦੇ ਹਾਂ ਕੀ ਉਹ ਬੈਲੈਂਸ ਦੇ ਵਿੱਚ ਹੈ ਤੇ ਕੀ ਖਾਣਾ ਚਾਹੀਦਾ ਕੀ ਨਹੀਂ ਖਾਣਾ ਚਾਹੀਦਾ, ਕਿਉਂਕਿ ਸਾਡੇ ਖਾਣ ਪੀਣ ਨਾਲੇ ਜਿਹੜੀਆਂ ਬਿਮਾਰੀਆਂ ਸਾਨੂੰ ਉਹ ਘੇਰ ਲੈਂਦੀਆਂ ਨੇ। एंड हम लोग आजकल देख रहे हैं कि कितनी बीमारियां दुनिया में आ रही हैं और आज के टाइम पे 21वीं सदी में इतना कुछ हो जाना एक मायने रखता है। ਜੇ ਅਸੀਂ ਪੁਰਾਣੇ ਸ਼ਾਸਤਰ ਨੂੰ ਖੋਲੀਏ ਤਾਂ ਸਾਨੂੰ ਵਰਦਾਨ ਮਿਲਿਆ ਹੈ ਵੀ ਅਸੀਂ 120 ਸਾਲਾਂ ਦੀ ਉਮਰ ਜੀਵਾਂਗੇ, ਲੇਕਿਨ ਇਸ ਟਾਈਮ ਦੇ ਵਿੱਚ ਆ ਕੇ ਜੇ ਤੁਸੀਂ 60 ਵੀ ਕ੍ਰਾਸ ਕਰ ਜਾਂਦੇ ਹੋ ਤਾਂ ਇਹ ਬਹੁਤ ਹੀ ਵਧੀਆ ਗੱਲ ਹੈ। ਇਹ ਕਿਉਂ ਆਇਆ, ਕਿਉਂ ਸਾਡੀ ਇਮਿਊਨਿਟੀ ਟਾਈਮ ਦੇ ਨਾਲ ਇੰਨੀ ਵੀਕ ਹੋਈ ਹੈ? ਕਿਆ ਉਹਦੇ 'ਚ ਸਾਡਾ ਖਾਣ ਪੀਣ ਇੱਕ ਕਸੂਰ ਹੈ ਜਾਂ ਸਾਡਾ ਲਾਈਫ ਸਟਾਈਲ? ਮੈਂ ਇਹਦੇ 'ਚ ਇਹੀ ਗੱਲ ਕਹੂੰਗੀ ਤੁਹਾਨੂੰ ਕਿ ਸਾਡਾ ਲਾਈਫ ਸਟਾਈਲ ਜਿਹੜਾ ਹੈ ਉਹ ਬਹੁਤ ਵਿਗੜ ਚੁੱਕਿਆ ਹੈ, ਕਿਉਂਕਿ ਅਸੀਂ ਜਿਹੜੇ ਹੈਗੇ ਅੱਜ ਕੱਲ੍ਹ ਅਸੀਂ ਕਾਊਚ ਪੋਟੈਟੋ ਬਣ ਗਏ ਹਾਂ, ਜਿਹਦਾ ਕਹਿਣ ਦਾ ਮਤਲਬ ਹੈ ਬੈਠੇ ਬੈਠੇ ਖਾਣਾ। ਕਿਉਂਕਿ ਅੱਜ ਕੱਲ੍ਹ ਦੇਖੀਏ ਤਾਂ ਹਰ ਤੀਸਰਾ ਬੰਦਾ ਮੈਂ ਕਹਾਂਗਾ, ਚਾਹੇ ਅੱਗੇ ਹੁੰਦਾ ਸੀ ਕਿ 올ਡ ਏਜ ਜਿਹੜੇ ਲੋਕ ਨੇ ਉਹ ਇਹਦਾ ਸ਼ਿਕਾਰ ਹੁੰਦੇ ਸੀ, ਪਰ ਹੁਣ ਯੰਗਸਟਰ ਨੇ ਥੋੜ੍ਹੀ ਥੋੜ੍ਹੀ ਉਮਰ ਦੇ ਨੇ ਜਿਹੜੇ, ਉਹਨਾਂ ਨੂੰ ਵੀ ਇਹ ਹੋਣੀ ਸ਼ੁਰੂ ਹੋ ਗਈ ਹੈ। ਜਿਹੜੀ ਡਾਇਬਟਿਕ ਇਹੋ ਜਿਹੀ ਬਿਮਾਰੀ ਹੈ, ਇਹ ਪਰਿਵਾਰ ਤੋਂ ਪਰਿਵਾਰ ਵੀ ਚੱਲਦੀ ਹੈ, ਕਿਉਂਕਿ ਇਹਦੇ ਵਿੱਚ ਤੁਹਾਡੇ ਜੀਨਸ ਵੀ ਬਹੁਤ ਮੈਟਰ ਕਰਦੇ ਨੇ। ਜੇ ਤੁਹਾਡੇ ਪਰਿਵਾਰ 'ਚ ਮੋਟਾਪਾ ਹੈਗਾ ਤਾਂ ਤੁਸੀਂ 100% ਚਾਂਸਿਸ ਹੈ ਕਿ ਤੁਹਾਨੂੰ ਡਾਇਬਟੀਜ਼ 30 ਦੀ ਉਮਰ ਤੋਂ ਬਾਅਦ ਆ ਜਾਵੇ। ਓਬੈਸਿਟੀ ਇੱਕ ਇਹੋ ਜਿਹੀ ਪ੍ਰੋਬਲਮ ਹੈ ਜਿਹੜੀ ਕਿ 4 ਬਿਮਾਰੀਆਂ ਨੂੰ ਆਪਣੇ ਨਾਲ ਲੈ ਕੇ ਆ ਰਹੀ ਹੈ। ਪਹਿਲੀ ਉਹਦੇ 'ਚ ਡਾਇਬਟੀਜ਼, ਦੂਸਰਾ ਉਹਦੇ 'ਚ ਲੀਵਰ ਡਿਜ਼ੀਜ਼ਸ, ਤੀਸਰਾ ਜੇ ਤੁਸੀਂ ਦੇਖਦੇ ਹੋ ਤਾਂ ਬੱਚਿਆਂ ਨੂੰ ਮੈਂਟਲ ਡਿਸਆਰਡਰਸ ਵੀ ਅੱਜ ਕੱਲ੍ਹ ਹੋ ਰਹੇ ਨੇ, ਔਟਿਜ਼ਮ ਦੇ ਕੇਸਿਸ ਵੀ ਆ ਰਹੇ ਨੇ, ਬੜਿਆਂ ਨੂੰ ਭੁੱਲਣ ਦੀ ਬਿਮਾਰੀਆਂ ਹੋ ਰਹੀਆਂ ਨੇ। ਬੋਡੀ ਦਾ ਇੱਕ ਯੂਨੀਵਰਸਲ ਰੂਲ ਹੈ, ਤੁਸੀਂ ਇਹਦੇ ਅੰਦਰ ਕੁਝ ਵੀ ਸਿੱਟੋਗੇ ਨਾ, ਉਹਨੇ ਸਿਰਫ ਇੱਕ ਹੀ ਕੰਮ ਕਰਨਾ ਹੈ ਕਿ ਉਹ ਚੀਜ਼ ਨੂੰ ਫੈਟ 'ਚ ਕਨਵਰਟ ਕਰ ਦੇਣਾ ਹੈ। ਜੇ ਤੁਸੀਂ ਉਹਨੂੰ ਵੱਧ ਦੀ ਮਾਤਰਾ 'ਚ ਕਰੋਗੇ ਜਾਂ ਕੈਲਰੀਜ਼ ਤੁਸੀਂ ਆਪਣੀ ਯੂਜੂਅਲੀ ਲੋਕ ਜਿਹੜੇ ਨੇ ਉਹ ਕੈਲਰੀਜ਼ ਨਹੀਂ ਦੇਖਦੇ, ਉਹ ਬਸ ਖਾਣ 'ਤੇ ਜੋ ਰਹਿੰਦੇ ਨੇ। ਤੇ ਇੰਡੀਆ ਦੀ ਜਿਹੜੀ ਡਾਈਟ ਹੈ ਕਾਰਬੋਹਾਈਡਰੇਟਸ 'ਚ ਰਿਚ ਹੈ, ਪ੍ਰੋਟੀਨ ਰੇਸ਼ੋ ਘੱਟ ਹੈ। ਜੇ ਬੋਡੀ ਡਾਇਬਟੀਜ਼ ਹੈ ਜਾਂ ਜੇ ਬੋਡੀ ਸਫਰ ਕਰ ਰਹੀ ਹੈ ਤਾਂ ਓਬਵੀਅਸਲੀ ਉਹਦੇ 'ਚ ਜਿਹੜੇ ਇਨਫਲਾਮੇਸ਼ਨ ਦੇ ਚਾਂਸਿਸ ਹੈ, ਇੰਟਰਨਲ ਆਰਗਨਸ ਦੀ ਸਵੈਲਿੰਗ ਹੈ ਉਹ ਵੀ ਵੱਧ ਰਹੀ ਹੈ। ਪਲੱਸ ਉਹਦੇ ਨਾਲ ਨਾਲ ਤੁਹਾਡੀ ਇਮਿਊਨਿਟੀ ਜਿਹੜੀ ਹੈ, ਜਿਵੇਂ ਇਨਫਲਾਮੇਸ਼ਨ ਵੱਧਦੀ ਜਾਊਗੀ ਬੋਡੀ ਦੀ ਇਮਿਊਨਿਟੀ ਘੱਟ ਹੁੰਦੀ ਜਾਊਗੀ। ਦੇਖੋ, ਜੇ ਤੁਸੀਂ ਅੱਜ ਕਰੀਨਾ ਕਪੂਰ ਨੂੰ ਦੇਖ ਰਹੇ ਹੋ ਜਾਂ ਕੋਈ ਵੀ ਵੱਡੇ ਸਟਾਰ ਨੂੰ ਦੇਖਦੇ ਹੋ ਟੀਵੀ ਦੇ ਵਿੱਚ, ਤਾਂ ਤੁਹਾਨੂੰ ਲੱਗਦਾ ਵੀ ਵਾਓ ਕਿੰਨੀ ਸੋਹਣੀ ਹੈ ਇਹ, ਕਿੰਨੀ ਬਿਊਟੀਫੁਲ ਫਿਗਰ ਹੈ। ਬਟ ਜੇ ਤੁਸੀਂ ਉਹ ਲੋਕਾਂ ਦੀ ਡਾਈਟ ਨੂੰ ਫੋਲੋ ਕਰਨ ਦੀ ਕੋਸ਼ਿਸ਼ ਕਰੋਗੇ ਤਾਂ ਇਹ ਬਿਗ ਨੋ ਹੈ ਸਾਡੇ ਵੱਲੋਂ, ਪ੍ਰੋਫੈਸ਼ਨਲਿਜ਼ਮ ਦੇ ਵੱਲੋਂ। ਰੀਜ਼ਨ ਇਜ਼ ਇਹਨਾਂ ਦੀ ਡਾਈਟ ਦੇ ਵਿੱਚ ਬਹੁਤ ਸਾਰੀ ਮਾਤਰਾ ਰਿਪਲੇਸਮੈਂਟਸ ਹੁੰਦੀਆਂ ਨੇ, ਮੀਲ ਰਿਪਲੇਸਮੈਂਟਸ ਹੁੰਦੇ ਨੇ, ਕਈ ਸਪਲੀਮੈਂਟਸ ਦਿੱਤੇ ਜਾਂਦੇ ਨੇ, ਜਿਹਦੇ ਨਾਲ ਮੋਰਓਵਰ ਇਹ ਇਹਨਾਂ ਦੇ ਕੋਲ ਸਿਰਫ ਇਹਨਾਂ ਦੇ ਖੁਦ ਦੇ ਲਈ ਟਾਈਮ ਹੈ। ਤੁਸੀਂ ਇੱਕ ਘਰੇਲੂ ਜ਼ਿੰਦਗੀ ਦੇ ਵਿੱਚ ਹੋ, ਤੁਹਾਡੇ ਉੱਤੇ 4 ਰਿਸਪੌਂਸਿਬਿਲਿਟੀਜ਼ ਵੱਧ ਨੇ। ਤੁਸੀਂ ਆਪਣੇ ਬੱਚੇ ਵੀ ਦੇਖਣੇ ਨੇ, ਤੁਸੀਂ ਆਪਣਾ ਟਾਈਮ ਵੀ ਸਪੈਂਡ ਕਰਨਾ, ਤੁਸੀਂ ਆਪਣਾ ਧਿਆਨ ਵੀ ਦੇਣਾ, ਤੁਸੀਂ ਸਭ ਕੁਝ ਕਰਨਾ ਹੈ। ਬੀਇੰਗ ਅ ਮਦਰ, ਡਾਟਰ ਜਾਂ ਜੋ ਵੀ ਹੈ, ਤੁਸੀਂ ਇੱਕ ਘਰ ਦੇ ਹੋਲਡ ਰੱਖਣ ਵਾਲੇ ਬੰਦੇ ਹੋ, ਤਾਂ ਤੁਸੀਂ ਇਹ ਸਭ ਚੀਜ਼ਾਂ ਨਹੀਂ ਫੋਲੋ ਕਰ ਸਕਦੇ। ਤਾਂ ਬੇਸਿਕਲੀ ਆਪਣੀ ਇੱਕ ਸਧਾਰਨ ਜੀ ਡਾਈਟ ਫੋਲੋ ਕਰੋ, ਜੋ ਕਿ ਅਸੀਂ ਇਸ ਪ੍ਰੋਗਰਾਮ ਦੇ ਅੰਡਰ ਤੁਹਾਨੂੰ ਰეკਮੈਂਡ ਕਰਦੇ ਹਾਂ। ਆਪਣਾ 3 ਮੀਲ ਦਾ ਪੈਟਰਨ ਰੱਖੋ, ਜਿਹੜੇ ਕਿ ਸਾਡੇ ਦਾਦਾ ਨਾਨੀ ਪੂਰਵਜ ਜਿਹੜੇ ਖਾਂਦੇ ਸੀਗੇ ਕਿ ਸਮੇਂ ਹੋਇਆ, ਸਵੇਰ ਹੋ ਗਈ ਤਾਂ ਸਾਨੂੰ ਪਤਾ ਅਸੀਂ ਨਾਸ਼ਤਾ ਕਰਨਾ ਹੈ, ਦੁਪਹਿਰ ਹੋਈ ਹੈ ਤਾਂ ਅਸੀਂ ਲੰਚ ਕਰਨਾ, ਅਤੇ ਰਾਤ ਹੋਈ ਹੈ ਤਾਂ ਅਸੀਂ ਡਿਨਰ ਕਰਨਾ ਹੈ। ਸੀਗਾ ਤੁਸੀਂ ਦੇਖ ਰਹੇ ਹੋ ਟੀਵੀ ਪੰਜਾਬ। ਮੈਂ ਤੁਹਾਡਾ ਨਾਲ ਜਸਪ੍ਰੀਤ ਸਿੰਘ ਅਸ਼ਕ ਤੇ ਲੈ ਕੇ ਹਾਜ਼ਰ ਆਪਣਾ ਸ਼ੋਅ, ਜਿਸ ਦਾ ਨਾਮ ਹੈ ਹੈਲਥ ਮੰਤਰਾ। ਹੈਲਥ ਮੰਤਰਾ ਸ਼ੋਅ ਦੇ ਵਿੱਚ ਅਸੀਂ ਡਾਕਟਰਸ ਨੂੰ ਤੁਹਾਡੇ ਅੱਗੇ ਰੂਬਰੂ ਕਰਦਿਆਂ ਨੂੰ ਲੈ ਕੇ ਆਉਂਦੇ ਹਾਂ, ਚਰਚਾ ਕਰਦੇ ਹਾਂ ਵੱਖ-ਵੱਖ ਵਿਸ਼ਿਆਂ ਨੂੰ ਲੈ ਕੇ। ਅੱਜ ਗੱਲ ਕਰਾਂਗੇ ਸਾਡੇ ਖਾਣ ਪੀਣ ਨੂੰ ਲੈ ਕੇ, ਸਾਡੀ ਡਾਈਟ ਨੂੰ ਲੈ ਕੇ, ਡਾਈਟ ਦੇ ਬੈਲੈਂਸ ਨੂੰ ਲੈ ਕੇ, ਕਿ ਜੋ ਅਸੀਂ ਖਾਣੇ ਪੀਂਦੇ ਹਾਂ ਕੀ ਉਹ ਬੈਲੈਂਸ ਦੇ ਵਿੱਚ ਹੈ ਤੇ ਕੀ ਖਾਣਾ ਚਾਹੀਦਾ ਕੀ ਨਹੀਂ ਖਾਣਾ ਚਾਹੀਦਾ, ਕਿਉਂਕਿ ਸਾਡੇ ਖਾਣ ਪੀਣ ਨਾਲੇ ਜਿਹੜੀਆਂ ਬਿਮਾਰੀਆਂ ਸਾਨੂੰ ਉਹ ਘੇਰ ਲੈਂਦੀਆਂ ਨੇ, ਚਾਹੇ ਉਹ ਡਾਇਬਟੀਜ਼ ਹੋਵੇ, ਚਾਹੇ ਉਹ ਮੋਟਾਪਾ ਹੋਵੇ, ਜਾਂ ਫਿਰ ਲੀਵਰ ਦੀ ਪ੍ਰੋਬਲਮਸ ਆ। ਜੇ ਇਹਨਾਂ ਤਿੰਨਾਂ ਚੀਜ਼ਾਂ ਨੂੰ ਲੈ ਕੇ ਮੇਨ ਫੋਕਸ ਕਰਕੇ ਆਪਾਂ ਚਰਚਾ ਕਰਾਂਗੇ। ਸਾਡੇ ਨਾਲ ਜਿਹੜੇ ਨੇ ਇੰਟਰਨੈਸ਼ਨਲ ਡਾਕਟਰ ਨੇ, ਡਾਕਟਰ ਤਨੂ ਗੁਪਤਾ ਜੀ, ਉਹਨਾਂ ਦਾ ਵੈਲਕਮ ਕਰਦੇ ਹਾਂ, ਕਿਉਂਕਿ ਡਾਈਟੀਸ਼ੀਅਨ ਦੇ ਮਾਹਿਰ ਨੇ, ਉਹ ਨਿਊਟ੍ਰੀਸ਼ਨ ਦੇ ਮਾਹਿਰ ਨੇ। ਬਹੁਤ ਬਹੁਤ ਸਵਾਗਤ। हेलो सर, नमस्कार। एंड मेरा नाम तनु गुप्ता है। मैं एक इंटरनेशनल न्यूट्रिशनिस्ट हूँ, क्लिनिकल प्रैक्टिशनर हूँ। मेरी फील्ड को 10 साल हो चुके हैं। एंड हम लोग आजकल देख रहे हैं कि कितनी बीमारियां दुनिया में आ रही हैं और आज के टाइम पे 21वीं सदी में इतना कुछ हो जाना एक मायने रखता है। आफ्टर ऑल ये बीमारियां आ क्यों रही हैं? क्या हमारा खान पान उससे रिलेटेड है कि हमारा हेल्दी लाइफस्टाइल नहीं है, या फिर हमारा जो जेनेटिक सिस्टम है वो बिगड़ रहा है? तो आज हम इसके बारे में जानेंगे। ਸੋ ਬਿਲਕੁਲ ਸਟਾਰਟਿੰਗ ਤੁਸੀਂ ਬੜਾ ਸੋਹਣਾ ਜਿਹੜਾ ਐਕਸਪਲੇਨ ਕਰ ਦਿੱਤਾ ਵੀ ਕਿਸ ਕਿਤੇ ਆ। ਸਭ ਤੋਂ ਪਹਿਲਾਂ ਜੇ ਆਪਾਂ ਗੱਲ ਕਰੀਏ ਤਾਂ ਖਾਣ ਪਾਣ ਹੁੰਦਾ ਕੀ ਆ, ਕੀ ਸਟਾਈਲ ਹੋਣਾ ਚਾਹੀਦਾ ਸਾਡਾ ਆਮ ਕਰਕੇ, ਕਿਉਂਕਿ ਲਗਾਤਾਰ ਜੰਕ ਫੂਡ ਵੀ ਹੈ ਸਾਡੇ ਕੋਲ, ਹੋਰ ਫੂਡ ਵੀ ਨੇ, ਤੇ ਕੀ ਸਾਡਾ ਸਿਸਟਮ ਹੋਣਾ ਚਾਹੀਦਾ? ਦੇਖੋ ਸਰ, ਗੱਲ ਕੀ ਹੈਗੀ, ਸਾਡੇ ਪਹਿਲਾਂ ਵੀ ਦਾਦੀ ਨਾਨੀ
ਅੰਮਾ ਵਾਲਾ ਟਾਈਮ ਸੀਗਾ ਜਿਹੜਾ ਕਿ ਬਹੁਤ ਚੰਗਾ ਟਾਈਮ ਸੀ, ਲੇਕਿਨ ਵਿਦ ਟਾਈਮ ਚੀਜ਼ਾਂ ਬਦਲ ਗਈਆਂ, ਟੈਕਨੋਲੋਜੀ ਇੰਨਾ ਆ ਚੁੱਕਿਆ ਹੈ, सोशल मीडिया सब कुछ ने इतना, नो डाउट आपको इन्फॉर्मेशन भी देता है, लेकिन ये एक्सेस इन्फॉर्मेशन भी आपके लिए खराब हो चुका है। रीज़न इज़ अजकल ਜਿਹੜਾ ਕੋਈ ਦੇਖੋ ਤੁਸੀਂ, ਇੱਕ ਤਾਂ ਪਾਰਟੀ ਫੰਡਾ ਲੋਕ ਬਣ ਗਏ ਨੇ, ਉਹਨਾਂ ਨੂੰ ਲੱਗਦਾ ਵੀ ਅਸੀਂ ਲਾਈਫ ਸਟਾਈਲ ਚੇਂਜ ਕਰੀਏ, ਅਸੀਂ ਥੋੜ੍ਹਾ ਸੋਸ਼ਲ ਹੋਈਏ, ਰਾਤ ਨੂੰ ਜਾਈਏ, ਲੇਟ ਖਾਣਾ ਪੀਣਾ। ਇਹਦੇ ਵਿੱਚ ਬਹੁਤ ਸਾਰੇ ਫੈਕਟਰਸ ਨੇ ਜਿਹੜੀ ਸਾਡੀ ਡਾਈਟ ਨੂੰ ਵਿਗਾੜ ਰਹੇ ਨੇ, ਸਾਡੀ ਸਿਹਤਾਂ ਖਰਾਬ ਕਰ ਰਹੇ ਨੇ। ਜੇ ਅਸੀਂ ਪੁਰਾਣੇ ਸ਼ਾਸਤਰ ਨੂੰ ਖੋਲੀਏ ਤਾਂ ਸਾਨੂੰ ਵਰਦਾਨ ਮਿਲਿਆ ਹੋਇਆ ਵੀ ਅਸੀਂ 120 ਸਾਲਾਂ ਦੀ ਉਮਰ ਜੀਵਾਂਗੇ, ਲੇਕਿਨ ਇਸ ਟਾਈਮ ਦੇ ਵਿੱਚ ਆ ਕੇ ਜੇ ਤੁਸੀਂ 60 ਵੀ ਕ੍ਰਾਸ ਕਰ ਜਾਂਦੇ ਹੋ ਤਾਂ ਇਹ ਬਹੁਤ ਹੀ ਵਧੀਆ ਗੱਲ ਹੈ, ਬਟ ਜੋ ਕਿ ਹੋ ਨਹੀਂ ਰਿਹਾ। ਅਸੀਂ ਯੰਗ ਏਜ 'ਚ ਬਹੁਤ ਸਾਰੇ ਦੇਖ ਰਹੇ ਹਾਂ ਕਿ ਹਾਰਟ ਅਟੈਕਸ ਆ ਰਹੇ ਨੇ, ਲਿਵਰ ਦੀ ਪ੍ਰੋਬਲਮ, ਛੋਟੇ ਛੋਟੇ ਬੱਚਿਆਂ ਨੂੰ ਲੈ ਕੇ ਕਈ ਇਹੋ ਜਿਹੀ ਬਿਮਾਰੀਆਂ ਆ ਰਹੀਆਂ ਕਿ ਜਿਨ੍ਹਾਂ ਦੇ ਨਾਮ ਨਏ ਨੇ। ਜਿਵੇਂ ਕਿ ਹੁਣ ਤੁਸੀਂ ਦੇਖਿਆ ਕਰੋਨਾ ਦਾ ਨਾਮ ਆਇਆ। ਕਰੋਨਾ ਇੱਕ ਇਹੋ ਜਿਹੀ ਬਿਮਾਰੀ ਹੈ ਜਿਹਨੇ ਕਿੰਨੀ ਅੱਧੀ ਤੋਂ ਵੱਧ ਦੁਨੀਆ ਨੂੰ ਅਫੈਕਟ ਕੀਤਾ। ਇਹ ਕਿਉਂ ਆਇਆ? ਕਿਉਂ ਸਾਡੀ ਇਮਿਊਨਿਟੀ ਟਾਈਮ ਦੇ ਨਾਲ ਇੰਨੀ ਵੀਕ ਹੋਈ ਹੈ? ਕਿਆ ਉਹਦੇ 'ਚ ਸਾਡਾ ਖਾਣ ਪੀਣ ਇੱਕ ਕਸੂਰ ਹੈ ਜਾਂ ਸਾਡਾ ਲਾਈਫ ਸਟਾਈਲ? ਮੈਂ ਇਹਦੇ 'ਚ ਇਹੀ ਗੱਲ ਕਹੂੰਗੀ ਤੁਹਾਨੂੰ ਕਿ ਸਾਡਾ ਲਾਈਫ ਸਟਾਈਲ ਜਿਹੜਾ ਹੈ ਉਹ ਬਹੁਤ ਵਿਗੜ ਚੁੱਕਿਆ ਹੈ, ਕਿਉਂਕਿ ਅਸੀਂ ਜਿਹੜੇ ਹੈਗੇ ਅੱਜ ਕੱਲ੍ਹ ਅਸੀਂ ਕਾਊਚ ਪੋਟੈਟੋ ਬਣ ਗਏ ਹਾਂ, ਜਿਹਦਾ ਕਹਿਣ ਦਾ ਮਤਲਬ ਹੈ ਬੈਠੇ ਬੈਠੇ ਖਾਣਾ। ਤਾਂ ਸਾਡਾ ਸਾਈਕਲ ਕੀ ਚੱਲ ਰਿਹਾ? ਈਟ, ਸਲੀਪ, ਰਿਪੀਟ। ਸੋ ਜਾਓ, ਖਾ ਲਓ, ਅਤੇ ਉਹੀ ਚੀਜ਼ ਰਿਪੀਟ ਹੁੰਦੀ ਰਹਿ ਰਹੀ ਹੈ। ਅਤੇ ਇਹਦੇ ਨਾਲ ਤੁਸੀਂ ਕੀ ਕਰ ਰਹੇ ਹੋ, ਕੀ ਗੜਬੜਾਂ ਕਰ ਰਹੇ ਹੋ? ਅੱਜ ਕੱਲ੍ਹ ਅਗਰ ਦੇਖਿਆ ਜਾਵੇ ਫੈਮਿਲੀ 'ਚ ਦੋ ਦੋ ਬੱਚੇ ਨੇ ਸਭ ਦੇ, ਤਾਂ ਉਹਦੇ ਨਾਲ ਕੀ ਇਫੈਕਟ ਆ ਰਹੇ ਨੇ? ਅਸੀਂ ਪੈਂਪਰ ਕਰ ਰਹੇ ਹਾਂ ਬੱਚਿਆਂ ਨੂੰ। ਓਵਰ ਪੈਂਪਰਿੰਗ ਦੇ ਨਾਲ ਕੀ ਹੋ ਰਿਹਾ, ਉਹਨਾਂ ਨੂੰ ਜਿੱਥੇ ਉਹ ਬੈਠੇ ਨੇ ਅਸੀਂ ਉੱਥੇ ਹੀ ਉਹਨਾਂ ਨੂੰ ਫੋਰਸ ਕਰ ਰਹੇ ਹਾਂ ਵੀ ਤੁਸੀਂ ਉੱਥੇ ਹੀ ਖਾਓ। ਕੁਛ ਗੱਲਬਾਤ ਆ ਜਾਂਦੀ ਹੈ ਜਿਹੜਾ ਟਾਈਮ ਸਮੇਂ, ਬਾਹਰ ਬੱਚੇ ਅੱਜ ਕੱਲ੍ਹ ਖੇਡਣ ਘੱਟ ਜਾ ਰਹੇ ਨੇ, ਉਹਨਾਂ ਨੂੰ ਔਨਲਾਈਨ ਗੇਮਸ ਦਾ ਇੰਨਾ ਸ਼ੌਂਕ ਹੈ ਜਿਹਦੇ ਨਾਲ ਉਹਨਾਂ ਦੀ ਹੈਲਥ ਖਰਾਬ ਹੋ ਰਹੀ ਹੈ। ਜੇ ਅਸੀਂ ਅੱਜ ਵੀ ਰੇਸ਼ੋ ਦੇਖਦੇ ਹਾਂ ਪੂਰੇ ਭਾਰਤ ਦੀ, ਤਾਂ ਉਹ ਚਾਈਨਾ ਤੋਂ ਦੂਜੇ ਨੰਬਰ 'ਚ ਹੈ ਡਾਇਬਟੀਜ਼ ਦੇ ਮਾਮਲੇ ਦੇ ਵਿੱਚ, ਕਿਉਂਕਿ ਅੱਜ ਦੇ ਕੁੱਲ ਕੇਸਿਸ ਅਗਰ ਅਸੀਂ ਦੇਖੀਏ ਤਾਂ 7.7 ਮਿਲੀਅਨ ਡਾਇਬਟਿਕ ਹੈ ਇੰਡੀਆ ਦੇ ਵਿੱਚ, ਜਿਹਦੇ ਕਿ ਵਿੱਚ 4.4 ਮਿਲੀਅਨ ਜਿਹੜੇ ਨੇ ਹਜੇ ਵੀ ਡਾਇਗਨੋਜ਼ ਨਹੀਂ ਹੁੰਦੇ, ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ ਪ੍ਰੀ ਡਾਇਬਟਿਕ। ਅਤੇ ਡਾਇਬਟੀਜ਼ ਕਿਉਂ ਆ ਰਹੀ ਹੈ? ਵੱਡਾ ਵੱਡਾ ਪੁਆਇੰਟ ਹੈਗਾ ਹੈ ਇਹਨੂੰ ਲੈ ਕੇ, ਕਿਉਂਕਿ ਜਿਹੜੀ ਡਾਇਬਟੀਜ਼ ਜਾਣੀ ਕਿ ਅਸੀਂ ਪੰਜਾਬੀ ਜਾਂ ਦੇਸੀ ਤਰੀਕੇ ਨਾਲ ਕਹੀਏ ਸ਼ੂਗਰ ਜਿਹੜੀ ਹੋ ਜਾਂਦੀ ਹੈ ਬੰਦੇ ਨੂੰ, ਕਿਉਂਕਿ ਅੱਜ ਕੱਲ੍ਹ ਦੇਖੀਏ ਤਾਂ ਹਰ ਤੀਸਰਾ ਬੰਦਾ ਮੈਂ ਕਹਾਂਗਾ, ਚਾਹੇ ਅੱਗੇ ਹੁੰਦਾ ਸੀ ਕਿ 올ਡ ਏਜ ਜਿਹੜੇ ਲੋਕ ਨੇ ਉਹ ਇਹਦਾ ਸ਼ਿਕਾਰ ਹੁੰਦੇ ਸੀ, ਪਰ ਹੁਣ ਯੰਗਸਟਰ ਨੇ ਥੋੜ੍ਹੀ ਥੋੜ੍ਹੀ ਉਮਰ ਦੇ ਨੇ ਜਿਹੜੇ, ਉਹਨਾਂ ਨੂੰ ਵੀ ਇਹ ਹੋਣੀ ਸ਼ੁਰੂ ਹੋ ਗਈ ਹੈ। ਇਹ ਪੁਆਇੰਟ ਉੱਤੇ ਅੱਜ ਜਿਹੜੀ ਮੇਨ ਚਰਚਾ ਆਪਣੀ ਰਹਿਣ ਵਾਲੀ ਹੈ, ਅਤੇ ਕੀ ਹੋਣ ਦਾ ਕਾਰਨ ਕੀ ਲੱਗਦਾ ਸਭ ਤੋਂ ਵੱਡਾ? ਸਰ ਦੇਖੋ, ਜਿਹੜੀ ਡਾਇਬਟਿਕ ਇੱਕ ਇਹੋ ਜਿਹੀ ਬਿਮਾਰੀ ਹੈ, ਇਹ ਪਰਿਵਾਰ ਤੋਂ ਪਰਿਵਾਰ ਵੀ ਚੱਲਦੀ ਹੈ, ਕਿਉਂਕਿ ਇਹਦੇ ਵਿੱਚ ਤੁਹਾਡੇ ਜੀਨਸ ਵੀ ਬਹੁਤ ਮੈਟਰ ਕਰਦੇ ਨੇ। ਜੇ ਤੁਹਾਡੇ ਪਰਿਵਾਰ 'ਚ ਮੋਟਾਪਾ ਹੈਗਾ ਤਾਂ ਤੁਸੀਂ 100% ਚਾਂਸਿਸ ਹੈ ਕਿ ਤੁਹਾਨੂੰ ਡਾਇਬਟੀਜ਼ 30 ਦੀ ਉਮਰ ਤੋਂ ਬਾਅਦ ਆ ਜਾਵੇ। ਦੂਜਾ, ਤੁਹਾਡਾ ਲਾਈਫ ਸਟਾਈਲ, ਜੇ ਤੁਸੀਂ ਵਰਕਆਊਟ ਨਹੀਂ ਦੇ ਰਹੇ ਹੋ ਬਾਡੀ ਨੂੰ, ਬਟ ਤੁਹਾਡਾ ਖਾਣ 'ਤੇ ਜ਼ੋਰ ਹੈ, ਤਾਂ ਡਾਇਬਟੀਜ਼ ਤੁਹਾਨੂੰ ਆ ਕੇ ਖੜਿਆ ਹੀ ਖੜਿਆ ਹੈ। ਓਬੈਸਿਟੀ ਇੱਕ ਇਹੋ ਜਿਹੀ ਪ੍ਰੋਬਲਮ ਹੈ ਜਿਹੜੀ ਕਿ 4 ਬਿਮਾਰੀਆਂ ਨੂੰ ਆਪਣੇ ਨਾਲ ਲੈ ਕੇ ਆ ਰਹੀ ਹੈ। ਪਹਿਲੀ ਉਹਦੇ 'ਚ ਡਾਇਬਟੀਜ਼, ਦੂਸਰਾ ਉਹਦੇ 'ਚ ਲਿਵਰ ਡਿਜ਼ੀਜ਼ਸ, ਤੀਸਰਾ ਜੇ ਤੁਸੀਂ ਦੇਖਦੇ ਹੋ ਤਾਂ ਬੱਚਿਆਂ ਨੂੰ ਮੈਂਟਲ ਡਿਸਆਰਡਰਸ ਵੀ ਅੱਜ ਕੱਲ੍ਹ ਹੋ ਰਹੇ ਨੇ, ਔਟਿਜ਼ਮ ਦੇ ਕੇਸਿਸ ਵੀ ਆ ਰਹੇ ਨੇ, ਬੜਿਆਂ ਨੂੰ ਭੁੱਲਣ ਦੀ ਬਿਮਾਰੀਆਂ ਹੋ ਰਹੀਆਂ ਨੇ। ਅਤੇ ਸਮੇਂ ਦੇ ਨਾਲ ਨਾਲ ਇਹ ਚੀਜ਼ਾਂ ਵੱਧਦੀਆਂ ਜਾ ਰਹੀਆਂ, ਕੁਝ ਘੱਟ ਨਹੀਂ ਰਹੀਆਂ। ਸਭ ਤੋਂ ਪਹਿਲਾਂ ਜੇ ਹੁਣ ਤੁਹਾਡੇ ਨਾਲ ਮੈਨੂੰ ਗੱਲ ਕਰਦੇ ਹੋਏ ਪਤਾ ਲੱਗਿਆ ਕਿ ਡਾਇਬਟੀਜ਼ ਜਾਂ ਹੋਰ ਪ੍ਰੋਬਲਮਸ ਜਿਹੜੀਆਂ ਨੇ ਸੈਕੰਡਰੀ ਨੇ, ਫਸਟ ਹੈ ਮੋਟਾਪਾ ਸਾਡਾ ਓਬੈਸਿਟੀ। ਜੀ ਜੀ, ਬਿਲਕੁਲ ਬਿਲਕੁਲ, ਕਿਉਂਕਿ ਮੋਟਾਪਾ ਇੱਕ ਇਹੋ ਜਿਹੀ ਚੀਜ਼ ਹੈ, ਜਦ ਦੇਖੋ ਤੁਸੀਂ ਬੋਡੀ ਦਾ ਇੱਕ ਯੂਨੀਵਰਸਲ ਰੂਲ ਹੈ, ਤੁਸੀਂ ਇਹਦੇ ਅੰਦਰ ਕੁਝ ਵੀ ਸਿੱਟੋਗੇ ਨਾ, ਉਹਨੇ ਸਿਰਫ ਇੱਕ ਹੀ ਕੰਮ ਕਰਨਾ ਹੈ ਕਿ ਉਹ ਚੀਜ਼ ਨੂੰ ਫੈਟ 'ਚ ਕਨਵਰਟ ਕਰ ਦੇਣਾ ਹੈ। ਜੇ ਤੁਸੀਂ ਉਹਨੂੰ ਵੱਧ ਦੀ ਮਾਤਰਾ 'ਚ ਕਰੋਗੇ, ਜਾਂ ਕੈਲਰੀਜ਼ ਤੁਸੀਂ ਆਪਣੀ ਯੂਜ਼ੁਅਲੀ ਲੋਕ ਜਿਹੜੇ ਨੇ ਉਹ ਕੈਲਰੀਜ਼ ਨਹੀਂ ਦੇਖਦੇ, ਉਹ ਬਸ ਖਾਣ 'ਤੇ ਜੋ ਰਹਿੰਦੇ ਨੇ। ਅਤੇ ਇੰਡੀਆ ਦੀ ਜਿਹੜੀ ਡਾਈਟ ਹੈ ਕਾਰਬੋਹਾਈਡਰੇਟਸ 'ਚ ਰਿਚ ਹੈ, ਪ੍ਰੋਟੀਨ ਰੇਸ਼ੋ ਘੱਟ ਹੈ। ਜੇ ਇਹੀ ਤੁਸੀਂ ਆਪਣੀ ਡਾਈਟ ਦੇ ਅੰਦਰ ਪ੍ਰੋਟੀਨ 20% ਵੀ ਵਧਾ ਦਿੰਦੇ ਹੋ ਤਾਂ ਤੁਸੀਂ ਆਪਣੀ ਡਾਇਬਟੀਜ਼ ਨੂੰ ਵੀ ਰਿਵਰਸ ਕਰ ਸਕਦੇ ਹੋ। ਤਾਂ ਮੋਟਾਪਾ ਜਿਵੇਂ ਜਿਵੇਂ ਵਧੂਗਾ ਉਵੇਂ ਉਵੇਂ ਤੁਹਾਡੇ ਚਾਂਸਿਸ ਵੱਧਦੇ ਜਾਣਗੇ। ਜੇ ਤੁਹਾਨੂੰ ਇੱਕ ਸਿੰਪਲ ਜਿਹਾ ਅਸੀਂ ਇੱਕ ਫਾਰਮੂਲਾ ਦੱਸ ਰਹੇ ਹਾਂ ਕਿ ਤੁਸੀਂ ਦੇਖਣਾ ਵੀ ਤੁਹਾਡਾ ਡਾਇਬਟੀਜ਼ ਆਉਣ ਦੇ ਕਿੰਨੇ ਕੁ ਚਾਂਸਿਸ ਹੈ। ਜਿਹੜੇ ਮੇਲ ਨੇ, ਜਿਹੜੀ ਲਾਈਕ ਮੇਲ ਹੈ, ਮੇਲ ਬੋਡੀ ਦੇ ਅੰਦਰ ਜੇ ਉਹਨਾਂ ਦਾ ਪੇਟ ਦਾ ਸਰਕਮਫਰੈਂਸ 40 ਇੰਚ ਤੋਂ ਵੱਧ ਹੈ, ਉਹਨਾਂ ਨੂੰ ਆਉਣ ਵਾਲੇ 1-2 ਸਾਲ ਦੇ ਵਿੱਚ ਡਾਇਬਟੀਜ਼ ਹੋ ਗਿਆ, ਹਾਰਟ ਦੀ ਪ੍ਰੋਬਲਮਸ ਹੋ ਗਈ, ਨਿਊਰੋਲੋਜੀਕਲ ਡਿਸਆਰਡਰਸ ਹੋ ਗਏ, ਇਹ ਜੀ ਬਹੁਤ ਸਾਰੀ ਬਿਮਾਰੀਆਂ, ਲਿਵਰ ਡਿਜ਼ੀਜ਼ਸ ਹੋ ਗਏ, ਇਹ ਆਉਣ ਦਾ ਪੂਰਾ ਡਰ ਹੈ। ਅਤੇ ਜਿਹੜੀ ਫੀਮੇਲਸ ਹੈ, ਜੇ ਇਹਨਾਂ ਦਾ ਪੇਟ ਦਾ ਘੇਰਾ ਜਿਹੜਾ ਹੈ, ਆਪਾਂ ਕਹਿ ਦਿੰਦੇ ਹਾਂ ਕਿ ਪੇਟ ਦਾ ਸਰਕਮਫਰੈਂਸ ਹੈ, ਉਹ 35 ਇੰਚ ਤੋਂ ਵੱਧ ਹੈ, ਤਾਂ ਇਹਨਾਂ ਨੂੰ ਓਬਵੀਅਸਲੀ ਫੀਮੇਲਸ ਜਲਦੀ ਸਿੱਕ ਪੈਣ ਵਾਲੀਆਂ ਨੇ, ਬਿਕੋਜ਼ ਇਹਨਾਂ ਨੂੰ ਆਸਟੀਓਆਰਥਰਾਈਟਿਸ, ਆਸਟੀਓਪੋਰੋਸਿਸ, ਡਾਇਬਟੀਜ਼ ਹੋ ਗਿਆ, ਕਾਰਡੀਓਵਾਸਕੂਲਰ, ਇਹ ਸਭ ਆਉਣ ਦੇ ਚਾਂਸਿਸ ਵੱਧ ਜਾਂਦੇ ਨੇ। ਜੇ ਬੋਡੀ ਡਾਇਬਟੀਜ਼ ਹੈ ਜਾਂ ਜੇ ਬੋਡੀ ਸਫਰ ਕਰ ਰਹੀ ਹੈ, ਤਾਂ ਓਬਵੀਅਸਲੀ ਉਹਦੇ 'ਚ ਜਿਹੜੇ ਇਨਫਲਾਮੇਸ਼ਨ ਦੇ ਚਾਂਸਿਸ ਹੈ, ਇੰਟਰਨਲ ਔਰਗਨਸ ਦੀ ਸਵੈਲਿੰਗ ਹੈ, ਉਹ ਵੀ ਵੱਧ ਰਹੀ ਹੈ। ਪਲੱਸ ਉਹਦੇ ਨਾਲ ਨਾਲ ਤੁਹਾਡੀ ਇਮਿਊਨਿਟੀ ਜਿਹੜੀ ਹੈ, ਜਿਵੇਂ ਇਨਫਲਾਮੇਸ਼ਨ ਵੱਧਦੀ ਜਾਊਗੀ, ਬੋਡੀ ਦੀ ਇਮਿਊਨਿਟੀ ਘੱਟ ਹੁੰਦੀ ਜਾਊਗੀ, ਕਿਉਂਕਿ ਰਾਊਂਡ ਦਾ ਕਲੌਕ ਸਿਸਟਮ ਹੈ ਜਿਹੜਾ ਕਿ ਸਾਨੂੰ ਖਰਾਬ ਕਰ ਰਿਹਾ ਹੈ। ਤਾਂ ਤੁਸੀਂ ਅੱਜ ਕੱਲ੍ਹ ਲੋਕੀ ਸਮੇਂ ਨਾਲ ਸੋਣਾ ਵੀ ਭੁੱਲ ਗਏ ਨੇ। ਜੇ ਅਸੀਂ ਦੇਖੀਏ, ਪਹਿਲਾਂ ਸਾਨੂੰ ਸਾਡੇ ਮਾਪੇ ਡਾਂਟ
ਕਿ ਸਾਨੂੰ 9 ਵਜੇ ਸੁਲਾ ਦਿੰਦੇ ਸੀਗੇ, ਜਿਹੜਾ ਕਿ ਇੱਕ ਆਈਡਲ ਟਾਈਮ ਸੀਗਾ ਸੌਣ ਦਾ। ਲੇਕਿਨ ਅੱਜ ਦਾ ਟਾਈਮ ਕੀ ਹੋ ਰਿਹਾ, ਕੋਈ ਕਿਸੇ ਦੀ ਘੜੀ 12 ਵਜੇ ਬੰਦ ਹੁੰਦੀ ਹੈ, ਕਿਸੇ ਦੀ 1 ਵਜੇ ਬੰਦ ਹੁੰਦੀ ਹੈ, ਕਿਸੇ ਦੀ 2 ਵਜੇ, ਕਿਉਂਕਿ ਅਸੀਂ ਹੈਗੇ ਮੋਬਾਈਲ ਐਡਿਕਟ ਜਿਹੜੇ ਅੱਜ ਦੇ ਸਮੇਂ 'ਚ। ਤਾਂ ਇਹ ਚੀਜ਼ਾਂ ਫਰਦਰ ਤੁਹਾਡੇ ਮੈਂਟਲ ਸਟ੍ਰੈਸ ਨੂੰ ਇਨਕਰੀਜ਼ ਕਰ ਰਹੀਆਂ ਨੇ। ਬੋਡੀ ਨੂੰ ਜਿੰਨੀ ਸਲੀਪ ਨਹੀਂ ਮਿਲ ਰਹੀ ਹੈ, ਉਹਦੇ ਕਾਰਨ ਤੁਹਾਡੀ ਬਿਮਾਰੀ ਵੱਧ ਰਹੀ ਹੈ। ਜੇ ਤੁਹਾਨੂੰ ਇੱਕ ਜਨਰਲ ਨੌਲੇਜ ਦਾ ਹੈਗਾ ਇੱਕ ਪੁਆਇੰਟ ਕਿ ਇਹਦੇ ਵਿੱਚ ਜੇ ਘਰਾਂ 'ਚ ਤੁਸੀਂ ਹੋ, ਬੜੇ ਬਜ਼ੁਰਗ ਦਾ ਰੋਲ ਪਲੇ ਕਰ ਰਹੇ ਹੋ, ਤੁਸੀਂ ਆਪਣੇ ਬੱਚਿਆਂ ਦੇ ਵਿੱਚ ਇਹ ਆਦਤਾਂ ਪਾਓ ਕਿ 9 ਵਜੇ ਇੱਕ ਮੈਕਸਿਮਮ ਟਾਈਮ ਹੈ ਕਿ ਜਿਹੜਾ ਤੁਸੀਂ ਮੀਡੀਆ ਤੋਂ ਦੂਰ ਹੋ, ਮੋਬਾਈਲ ਸਾਈਡ 'ਤੇ ਬੰਦ ਕਰਕੇ ਰੱਖੋ। ਜੇ ਤੁਹਾਡੀ ਸਲੀਪ ਪੂਰੀ ਨਹੀਂ ਹੈ, ਤੁਹਾਡੀ ਬਾਡੀ ਰਿਪੇਅਰ ਨਹੀਂ ਹੋ ਰਹੀ। ਤੁਹਾਡੀ ਬਾਡੀ ਸਿਰਫ ਰਿਪੇਅਰ ਤਦੋਂ ਹੋਏਗੀ ਜਦ ਤੁਸੀਂ ਉਹਨੂੰ ਰੈਸਟ ਦਿਓਗੇ। ਜੇ ਤੁਸੀਂ ਰੈਸਟ ਨਹੀਂ ਦੇ ਰਹੇ ਹੋ ਤਾਂ ਬਾਡੀ ਸਿੱਕ ਹੋ ਰਹੀ ਹੈ, ਤੁਹਾਡੇ ਹੋਰ ਵੀ ਚਾਂਸਸ ਵੱਧ ਰਹੇ ਨੇ ਬਿਮਾਰ ਪੈਣ ਦੇ। ਮਤਲਬ ਕਿਤੇ ਨਾ ਕਿਤੇ ਜਿਹੜਾ ਮੇਨ ਸਰਕਲ ਘੁੰਮ ਕੇ ਆਉਂਦਾ ਕਿ ਸਾਡੀ ਬਾਡੀ ਨੂੰ ਇੱਕ ਲਿਮਟ ਦਾ ਖਾਣਾ, ਲਿਮਟ ਦਾ ਸੌਣਾ ਤੇ ਹਰ ਚੀਜ਼ ਜਾਣੀ ਕਿ ਲਿਮਟ ਦੇ ਵਿੱਚ ਰਹਿਣੀ ਆ, ਤਾਂ ਹੀ ਜਿਹੜਾ ਅਸੀਂ ਇਹਨਾਂ ਤੋਂ ਜ਼ਿਆਦਾ ਬਚ ਸਕਦੇ। ਜੀ ਅਸੀਂ ਨਹੀਂ ਫੋਕਸ ਕਰਦੇ ਕਿ ਤੁਸੀਂ ਹਰ ਟਾਈਮ ਕੁਛ ਨਾ ਕੁਛ ਖਾਂਦੇ ਰਹੋ, ਬਿਕੋਜ਼ ਇੱਕ ਡਾਈਟੀਸ਼ੀਅਨ ਦਾ ਪ੍ਰੋਫੈਸ਼ਨ ਇਹੋ ਜਿਹਾ ਆ ਗਿਆ ਹੈ ਕਿ ਤੁਹਾਨੂੰ ਹਰ ਵੱਖਰੇ ਪਾਸੇ ਤੁਹਾਨੂੰ ਇੱਕ ਅਲੱਗ-ਅਲੱਗ ਇਨਫੋਰਮੇਸ਼ਨ ਮਿਲੇਗੀ, ਅਲੱਗ-ਅਲੱਗ ਨੌਲੇਜ ਮਿਲੇਗੀ। ਦੇਖੋ, ਜੇ ਤੁਸੀਂ ਅੱਜ ਕਰੀਨਾ ਕਪੂਰ ਨੂੰ ਦੇਖ ਰਹੇ ਹੋ ਜਾਂ ਕੋਈ ਵੀ ਵੱਡੇ ਸਟਾਰ ਨੂੰ ਦੇਖਦੇ ਹੋ ਟੀਵੀ ਦੇ ਵਿੱਚ, ਤਾਂ ਤੁਹਾਨੂੰ ਲੱਗਦਾ ਵੀ ਵਾਓ ਕਿੰਨੀ ਸੋਹਣੀ ਹੈ ਇਹ, ਕਿੰਨੀ ਬਿਊਟੀਫੁਲ ਫਿਗਰ ਹੈ। ਬਟ ਜੇ ਤੁਸੀਂ ਉਹ ਲੋਕਾਂ ਦੀ ਡਾਈਟ ਨੂੰ ਫੋਲੋ ਕਰਨ ਦੀ ਕੋਸ਼ਿਸ਼ ਕਰੋਗੇ ਤਾਂ ਇਹ ਬਿਗ ਨੋ ਹੈ ਸਾਡੇ ਵੱਲੋਂ, ਪ੍ਰੋਫੈਸ਼ਨਲਿਜ਼ਮ ਦੇ ਵੱਲੋਂ। ਰੀਜ਼ਨ ਇਜ਼ ਇਹਨਾਂ ਦੀ ਡਾਈਟ ਦੇ ਵਿੱਚ ਬਹੁਤ ਸਾਰੀ ਮਾਤਰਾ ਰਿਪਲੇਸਮੈਂਟਸ ਹੁੰਦੀਆਂ ਨੇ, ਮੀਲ ਰਿਪਲੇਸਮੈਂਟਸ ਹੁੰਦੇ ਨੇ, ਕਈ ਸਪਲੀਮੈਂਟਸ ਦਿੱਤੇ ਜਾਂਦੇ ਨੇ ਜਿਹਦੇ ਨਾਲ। ਮੋਰਓਵਰ ਇਹ ਇਹਨਾਂ ਦੇ ਕੋਲ ਸਿਰਫ ਇਹਨਾਂ ਦੇ ਖੁਦ ਦੇ ਲਈ ਟਾਈਮ ਹੈ। ਤੁਸੀਂ ਇੱਕ ਘਰੇਲੂ ਜ਼ਿੰਦਗੀ ਦੇ ਵਿੱਚ ਹੋ, ਤੁਹਾਡੇ ਉੱਤੇ 4 ਰਿਸਪੌਂਸਿਬਿਲਿਟੀਜ਼ ਨੇ। ਤੁਸੀਂ ਆਪਣੇ ਬੱਚੇ ਵੀ ਦੇਖਣੇ ਨੇ, ਤੁਸੀਂ ਆਪਣਾ ਟਾਈਮ ਵੀ ਸਪੈਂਡ ਕਰਨਾ, ਤੁਸੀਂ ਆਪਣਾ ਧਿਆਨ ਵੀ ਦੇਣਾ, ਤੁਸੀਂ ਸਭ ਕੁਝ ਕਰਨਾ ਹੈ। ਬੀਇੰਗ ਅ ਮਦਰ, ਡਾਟਰ ਜਾਂ ਜੋ ਵੀ ਹੈ, ਤੁਸੀਂ ਇੱਕ ਘਰ ਦੇ ਹੋਲਡ ਰੱਖਣ ਵਾਲੇ ਬੰਦੇ ਹੋ, ਤਾਂ ਤੁਸੀਂ ਇਹ ਸਭ ਚੀਜ਼ਾਂ ਨਹੀਂ ਫੋਲੋ ਕਰ ਸਕਦੇ। ਤਾਂ ਬੇਸਿਕਲੀ ਆਪਣੀ ਇੱਕ ਸਧਾਰਨ ਜੀ ਡਾਈਟ ਫੋਲੋ ਕਰੋ, ਜੋ ਕਿ ਅਸੀਂ ਇਸ ਪ੍ਰੋਗਰਾਮ ਦੇ ਅੰਡਰ ਤੁਹਾਨੂੰ ਰეკਮੈਂਡ ਕਰਦੇ ਹਾਂ। ਆਪਣਾ 3 ਮੀਲ ਦਾ ਪੈਟਰਨ ਰੱਖੋ, ਜਿਹੜੇ ਕਿ ਸਾਡੇ ਦਾਦਾ ਨਾਨੀ ਪੂਰਵਜ ਜਿਹੜੇ ਖਾਂਦੇ ਸੀਗੇ ਕਿ ਸਮੇਂ ਹੋਇਆ, ਸਵੇਰ ਹੋ ਗਈ ਤਾਂ ਸਾਨੂੰ ਪਤਾ ਅਸੀਂ ਨਾਸ਼ਤਾ ਕਰਨਾ ਹੈ, दोपहर हुई है तो ਅਸੀਂ लंच करना है, तो रात हुई है तो ਅਸੀਂ डिनर करना है। कुछ आपको एहतियात, मतलब इसमें कुछ ध्यान देने वाली बातें ये हैं कि 9 बजे के बाद अपना डिनर ना करें। 6 ਵਜੇ ਕੇ ਬਾਅਦ ਹਮ कहते हैं ਸ਼ਾਮ ਹੋ ਗਈ ਜਾਂ ਦਿਨ ਢਲਣਾ ਸ਼ੁਰੂ ਹੋ ਗਿਆ। ਐਵੇਂ ਕੀ ਇਹਦਾ ਫੰਕਸ਼ਨ ਹੈ ਕਿ 6 ਵਜੇ ਤੋਂ ਬਾਅਦ ਕਈ ਡਾਈਟੀਸ਼ੀਅਨਸ ਐਸੇ ਹੋਣਗੇ, ਤੁਸੀਂ ਦੇਖੋਗੇ ਕਿ ਤੁਹਾਨੂੰ ਕਹਿਣਗੇ ਕਿ ਨਮਕ ਨਹੀਂ ਖਾਣਾ, ਕਿਉਂ ਨਹੀਂ ਖਾਣਾ ਜਾਂ ਹੈਵੀ ਖਾਣਾ ਨਹੀਂ ਖਾਣਾ ਰਾਤ ਨੂੰ 6 ਵਜੇ ਤੋਂ ਬਾਅਦ। ਜਿਵੇਂ ਸੂਰਜ ਢਲਦਾ ਉਵੇਂ 6 ਵਜੇ ਤੋਂ ਬਾਅਦ ਤੁਹਾਡੀ ਬਾਡੀ ਵੀ ਢਲਦੀ ਹੈ, ਉਹਦਾ ਜਿਹੜਾ ਸਿਸਟਮ ਹੈ ਉਹ ਸਲੋ ਪੈ ਜਾਂਦਾ ਹੈ। ਤਾਂ ਤੁਸੀਂ ਇਹ ਸਿਸਟਮ ਨੂੰ ਸੈੱਟ ਕਰਨ ਦੇ ਲਈ ਤੁਹਾਨੂੰ ਇੱਕ ਬੈਲੈਂਸਡ ਮੀਲ ਲੈਣਾ ਹੈ, ਜਿਹੜਾ ਕਿ ਬਹੁਤ ਜ਼ਿਆਦਾ ਕਾਰਬੋਹਾਈਡਰੇਟ 'ਚ ਰਿਚ ਨਹੀਂ ਹੈ, ਬਟ ਪ੍ਰੋਟੀਨ ਤੁਹਾਡੇ ਹਰ ਮੀਲ ਦੇ ਵਿੱਚ ਹੋਵੇ। ਜੇ ਤੁਸੀਂ ਸਵੇਰ ਦੀ ਗੱਲ ਕਰਦੇ ਹੋ ਤਾਂ ਇੱਕ ਬੈਲੈਂਸਡ ਮੀਲ ਦੇ ਲਈ ਤੁਸੀਂ ਸਵੇਰੇ ਨਾਸ਼ਤੇ ਦੇ ਵਿੱਚ 2 ਤਰ੍ਹਾਂ ਦੇ ਪ੍ਰੋਟੀਨ ਨੂੰ ਨਾ ਕੰਬਾਈਨ ਕਰੋ। ਜੇ ਤੁਸੀਂ ਪਰਾਂਠਾ ਖਾ ਰਹੇ ਹੋ ਤਾਂ ਕੋਸ਼ਿਸ਼ ਕਰੋ ਪਰਾਂਠੇ ਦੇ ਨਾਲ ਦਹੀਂ ਜਾਂ ਦੁੱਧ 'ਚੋਂ ਇੱਕ ਚੀਜ਼ ਲੈ ਲਓ। ਉਸ ਦੇ ਨਾਲ ਇੱਕ ਤੁਹਾਡਾ ਐਪਲ ਦਾ ਖਾਣਾ ਬਹੁਤ ਜ਼ਰੂਰੀ ਹੈ, ਬਿਕੋਜ਼ ਇਹਦੇ 'ਚ ਇੰਨਾ ਫਾਈਬਰ ਹੈ ਜਿਹੜਾ ਤੁਹਾਡੇ ਗਲੂਕੋਜ਼ ਲੈਵਲਸ ਨੂੰ ਮੇਨਟੇਨ ਕਰਵਾਉਣ 'ਚ ਮਦਦ ਕਰੇਗਾ। ਇਹਦੇ 'ਚ ਇਹੋ ਜਿਹਾ ਫਾਈਬਰ ਹੈ ਜਿਹੜਾ ਤੁਹਾਨੂੰ ਹੈਲਪ ਕਰੇਗਾ ਵੇਟ ਲਾਸ ਦੇ ਲਈ, ਅਤੇ ਕਾਫੀ ਸਮੇਂ, ਲੰਬੇ ਸਮੇਂ ਲਈ ਤੁਹਾਨੂੰ ਫੁੱਲ ਰੱਖੇਗਾ। ਤੇ ਜੇ ਅਸੀਂ ਗੱਲ ਕਰੀਏ ਫਿਰ ਲੰਚ ਦੀ, ਲੰਚ ਤੇ ਆਪਾਂ ਬਾਅਦ ਜਾਂਦੇ ਹਾਂ। ਪਹਿਲਾਂ ਤੁਸੀਂ ਹੁਣ ਇੱਕ ਗੱਲ ਕਹੀ ਆ ਬ੍ਰੇਕਫਾਸਟ ਦੇ ਵਿੱਚ ਕਿ 2 ਜਿਹੜੇ ਨੇ ਉਹ ਆਪਣਾ ਪ੍ਰੋਟੀਨ ਉਹ ਇਕੱਠੇ ਨਹੀਂ ਕਰਨੇ। ਕੀ ਕਾਰਨ ਕੀ ਆ? 2 ਪ੍ਰੋਟੀਨ ਦਾ मतलब ਇੱਕ ਦਹੀਂ ਹੋ ਗਿਆ, ਇੱਕ पराठा है, अलग-अलग प्रोटीन होए, क्यों इकट्ठे नहीं करते? जैसे आप परांठा लो, परांठा अगर आप पनीर का खा रहे हो तो उसके साथ आप 1 चम्मच अपना देसी घी का ले सकते हैं, लेकिन उसी के साथ दही खा लोगे या दाल खा लोगे परांठे ਦੇ ਨਾਲ। ਅਗਰ ਅਸੀਂ ਦੇਖਿਆ ਜਾਵੇ ਕਿ ਪਨੀਰ ਦਾ ਪਰਾਂਠਾ ਬਣਾ ਲਿਆ, ਨਾਲ ਦਾਲ ਮੱਖਣੀ ਵੀ ਚੱਲ ਰਹੀ ਹੈ ਸਵੇਰੇ, ਜਾਂ ਤੁਹਾਡੀ ਹੋਰ ਸਬਜ਼ੀਆਂ ਵੀ ਚੱਲ ਰਹੀਆਂ ਨੇ ਪ੍ਰੋਟੀਨ ਵਾਲੀਆਂ, ਤਾਂ ਇਹਦੇ 'ਚ ਕੀ ਹੁੰਦਾ ਹੈ ਕਿ ਪ੍ਰੋਟੀਨ ਟੌਕਸਿਸਿਟੀ ਹੁੰਦੀ ਹੈ। ਜਦ ਤੁਸੀਂ ਅਲੱਗ-ਅਲੱਗ ਵੱਖਰੀ ਤਰ੍ਹਾਂ ਦਾ ਪ੍ਰੋਟੀਨ ਕੰਬਾਈਨ ਕਰਦੇ ਹੋ ਤਾਂ ਤੁਹਾਡੇ ਅੰਦਰ ਟੌਕਸਿਨਸ ਪ੍ਰੋਡਿਊਸ ਹੋ ਰਹੇ ਨੇ, ਉਹਨਾਂ ਦੀ ਆਪਣੀ ਅੰਦਰ ਇੱਕ ਬਾਡੀ ਦੇ ਲੜਾਈ ਚੱਲ ਰਹੀ ਹੈ ਕਿ ਮੈਂ ਡਾਈਜੈਸਟ ਹੋਣਾ ਜਾਂ ਮੈਂ ਲੱਗਣਾ ਹੈ। ਇਹਦੇ 'ਚ ਕੀ ਹੁੰਦਾ, ਇਹ ਟੋਟਲ ਵੇਸਟੇਜ ਹੈ, ਉਹ ਕਿਤੋਂ ਵੀ ਡਾਈਜੈਸਟ ਨਹੀਂ ਹੋਣਾ। ਉਹ ਸਾਰਾ ਘੁੰਮ ਕੇ ਜਾਂ ਤਾਂ ਤੁਹਾਡੀ ਬਲੱਡ ਸਟਰੀਮ 'ਚ ਘੁੰਮ ਕੇ ਤੁਹਾਨੂੰ ਯੂਰੀਆ 'ਚ ਕਨਵਰਟ ਹੋ ਜਾਏਗਾ, ਤੁਹਾਨੂੰ ਹੋਰ ਬਿਮਾਰੀਆਂ ਲੈ ਕੇ ਆਏਗਾ, ਤੁਹਾਡੀ ਕਿਡਨੀਜ਼ ਦੇ ਉੱਤੇ ਲੋਡ ਪਾਏਗਾ। ਤਾਂ ਇਸ ਚੀਜ਼ ਦਾ ਹਮੇਸ਼ਾ ਧਿਆਨ ਦੇਣਾ ਹੈ। ਜੇ ਤੁਸੀਂ ਆਪਣੇ ਕੋਈ ਵੀ ਮੀਲਸ ਲੈ ਰਹੇ ਹੋ, ਚਾਹੇ ਉਹ ਤੁਹਾਡਾ ਡਿਨਰ ਹੈ, ਚਾਹੇ ਉਹ ਤੁਹਾਡਾ ਲੰਚ ਹੈ, ਦਾਲ ਅਤੇ ਦਹੀਂ ਦਾ ਕੰਬੀਨੇਸ਼ਨ ਅਸੀਂ ਅਗਰ ਦੇਖਿਆ ਜਾਵੇ ਤਾਂ ਪੰਜਾਬੀ ਲੋਕਾਂ ਨੂੰ ਕਿਉਂ ਆਦਤ ਹੁੰਦੀ ਹੈ ਸਾਨੂੰ ਕਿ ਰੋਟੀ ਹੈ ਨਾਲ ਦਾਲ ਵੀ ਹੈ, ਨਾਲ ਅਸੀਂ ਰਾਇਤਾ ਵੀ ਖਾ ਰਹੇ, ਨਾਲ ਅਸੀਂ ਸਬਜ਼ੀ ਵੀ ਖਾ ਰਹੇ ਹਾਂ, ਜੋ ਕਿ ਬਿਲਕੁਲ ਗਲਤ ਹੈ। ਜਾਂ ਤਾਂ ਤੁਸੀਂ ਆਪਣੀ ਦਾਲ ਖਾਓ ਜਾਂ ਤੁਸੀਂ ਦਹੀਂ ਖਾਓ, ਕਿਉਂਕਿ ਇਹ ਦੋਨੋਂ ਹੀ ਪ੍ਰੋਟੀਨ ਦੇ ਸੋਰਸਿਸ ਨੇ। ਇਹ ਦੋਨੋਂ ਇੰਟਰੈਕਟ ਜਦ ਕਰਦੇ ਨੇ, ਇਹ ਟੌਕਸਿਸਿਟੀ ਬਾਡੀ ਨੂੰ ਕਰਦੇ ਨੇ।
ਤਾਂ ਉਹੀ ਕਹਿ ਰਹੇ ਜੇ ਐਕਸੈਸ ਲੋਡ ਪਏਗਾ ਬਾਡੀ ਦੇ ਸਿਸਟਮ ਦੇ ਉੱਤੇ ਆਬਵੀਅਸਲੀ ਤੁਹਾਡੀ ਕਿਡਨੀਜ਼ ਉਹਨੂੰ ਫਲਸ਼ ਨਹੀਂ ਕਰ ਪਾਉਣਗੀਆਂ ਤੇ ਹੌਲੀ ਹੌਲੀ ਤੁਸੀਂ ਦੇਖੋਗੇ ਸਮੇਂ ਦੇ ਨਾਲ ਤੁਹਾਨੂੰ ਆਪਣੇ ਆਪ ਤੁਹਾਡੀ ਬਾਡੀ ਸਿਗਨਲ ਦੇਗੀ ਕਿ ਅਸੀਂ ਬਿਮਾਰ ਹੋ ਰਹੇ ਹਾਂ, ਸਾਨੂੰ ਗੈਸ ਪ੍ਰੋਡਿਊਸ ਹੋ ਰਹੀ ਹੈ, ਸਾਨੂੰ ਕਬਜ਼ੀ ਹੋ ਰਹੀ ਹੈ, ਤੁਹਾਨੂੰ ਕਈ ਵਾਰੀ ਬਰਪਿੰਗ ਹੋਏਗੀ ਜਾਂ ਡਕਾਰ ਆਣਗੇ, ਖੱਟੇ ਡਕਾਰ ਆਣਗੇ। ਕਈ ਲੋਕਾਂ ਨੂੰ ਤੁਸੀਂ ਸੁਣਿਆ ਵੀ ਹੋਊਗਾ ਕਿ ਅਸੀਂ ਖਾਣਾ ਖਾਣ ਤੋਂ ਬਾਅਦ ਸਾਡਾ ਐਂ ਲੱਗਦਾ ਵੀ ਸਾਡੇ ਉਰੇ ਖਾਣਾ ਉਰੇ ਹੀ ਰੱਖਿਆ ਹੋਇਆ ਹੈ ਨਾ। ਇਹ ਚੀਜ਼ਾਂ ਤੁਸੀਂ ਨਾਰਮਲੀ ਨੋਟ ਕਰੋਗੇ। ਇਹ ਇੱਕ ਸਾਈਨ ਨੇ, ਇਹ ਇੱਕ ਅਲਾਰਮ ਨੇ ਜਿਹੜਾ ਤੁਹਾਨੂੰ ਦੇ ਰਹੇ ਨੇ ਕਿ ਤੁਹਾਡੀ ਬਾਡੀ ਜਿਹੜੀ ਹੈ ਉਹ ਫੂਡ ਤੁਹਾਡੇ ਅੰਦਰ ਨਹੀਂ ਸਹੀ ਜਾ ਰਿਹਾ ਹੈ। ਆਪਾਂ ਬ੍ਰੇਕਫਾਸਟ ਦੀ ਗੱਲ ਕਰ ਲਈ ਹੈ, ਹੁਣ ਥੋੜਾ ਲੰਚ ਤੇ ਵੀ ਚੱਲਦੇ हैं। लंच या डिनर बारे भी जी जी, लंच में आप यही करिए, शुरुआती आपने सबसे सुना होगा कि आप सैलेड से शुरू करो। आप डॉक्टर्स के पास जाओगे, डॉक्टर्स भी कहेंगे कि सैलेड खाना है आपने, पहले सैलेड खाओ या पानी पी लो ਤਾਂ ਤੁਹਾਡਾ ਅੱਧਾ ਪੇਟ ਭਰ ਜਾਣਾ ਤੇ ਤੁਸੀਂ ਰੋਟੀ। ਜਦ ਕਿ ਇਹ ਸਿਸਟਮ ਤੁਹਾਨੂੰ ਨਹੀਂ ਫੋਲੋ ਕਰਨਾ। ਤੁਸੀਂ ਆਪਣਾ ਹਮੇਸ਼ਾ ਪਹਿਲਾਂ ਫੋਕਸ ਕਰਨਾ ਹੈ ਪ੍ਰੋਟੀਨ। ਤੁਹਾਡੀ ਪਲੇਟ ਦੇ ਵਿੱਚ ਪ੍ਰੋਟੀਨ ਕਿਹੜਾ ਹੈ, ਚਾਹੇ ਉਹ ਪਨੀਰ ਦੀ ਫਾਰਮ 'ਚ ਹੈ, ਚਾਹੇ ਦਾਲ ਦੀ ਫਾਰਮ 'ਚ ਹੈ, ਚਾਹੇ ਤੁਹਾਡਾ ਉਹ ਦਹੀਂ ਦੀ ਫਾਰਮ 'ਚ ਹੈ। ਜਦ ਤੁਸੀਂ ਇਹ ਪ੍ਰੋਟੀਨ ਖਾਓਗੇ ਤਾਂ ਤੁਹਾਡੀ ਬਾਡੀ ਦੇ ਅੰਦਰ ਇੱਕ ਹਾਰਮੋਨ ਨਿਕਲੇਗਾ ਲਿਵਰ 'ਚੋਂ ਜਿਹਨੂੰ ਅਸੀਂ ਬੋਲਦੇ ਹਾਂ ਗਲੂਕਾਗਨ। ਇਹ ਗਲੂਕਾਗਨ ਤੁਹਾਡੇ ਦਿਮਾਗ ਤੱਕ ਸਿਗਨਲ ਦਿੰਦਾ ਹੈ ਕਿ ਹਾਂ ਮੈਂ ਫੁੱਲ ਹਾਂ। ਉਹਦੇ ਨਾਲ ਕੀ ਹੋਏਗਾ, ਉਹਦੇ ਨਾਲ ਫਾਇਦਾ ਤੁਹਾਡੀ ਬਾਡੀ ਨੂੰ ਇਹ ਹੋਣ ਵਾਲਾ ਹੈ ਕਿ ਇੱਕ ਤਾਂ ਤੁਹਾਨੂੰ ਭਰਿਆ ਹੋਇਆ ਮਹਿਸੂਸ ਹੋਏਗਾ, ਠੀਕ ਹੈ, ਤੇ ਤੁਸੀਂ ਜਿਹੜਾ ਇੰਨਾ ਐਕਸੈਸ 'ਚ ਖਾਣਾ ਖਾਣਾ ਸੀ, ਜਿੱਥੇ ਤੁਹਾਡੀ ਟੈਂਡੈਂਸੀ 3 ਰੋਟੀਆਂ ਦੀ ਸੀਗੀ ਉਹ 1 ਜਾਂ 1.5 ਰੋਟੀ ਦੀ ਰਹਿ ਜਾਏਗੀ। ਔਰ ਹਰ ਖਾਣੇ ਦੇ ਵਿੱਚ ਤੁਸੀਂ ਇਹ ਧਿਆਨ ਦੇਣਾ ਹੈ ਤੁਹਾਡਾ ਪ੍ਰੋਟੀਨ ਜ਼ਰੂਰ ਹੋਵੇ, ਕਿਉਂਕਿ ਜਿਹੜਾ ਪ੍ਰੀ ਡਾਇਬਟੀਜ਼ ਵੀ ਅੱਜ ਤੁਸੀਂ ਦੇਖ ਰਹੇ ਹੋ ਬੱਚਿਆਂ ਦੇ ਵਿੱਚ ਆ ਰਿਹਾ ਹੈ ਜਾਂ ਯੰਗ ਏਜ ਲੜਕੀਆਂ ਦੇ ਵਿੱਚ ਆ ਰਿਹਾ, 22 ਤੋਂ 23 ਸਾਲ ਦੀ ਉਮਰ ਦੇ ਬੱਚਿਆਂ ਵਿੱਚ ਡਾਇਗਨੋਜ਼ ਹੋ ਰਿਹਾ, ਇਹ ਈਜ਼ੀਲੀ ਰਿਵਰਸ ਕੀਤਾ ਜਾ ਸਕਦਾ ਹੈ। ਤੁਹਾਨੂੰ ਮੈਡੀਸਿਨ ਦੀ ਇਹਦੇ ਵਿੱਚ ਕੋਈ ਲੋੜ ਨਹੀਂ ਗੀ, ਬਸ ਆਪਣੇ ਖਾਣ ਪੀਣ ਦੇ ਧਿਆਨ ਦੇਣ ਦੀ ਬਹੁਤ ਜ਼ਰੂਰਤ ਹੈ। ਤੁਸੀਂ ਦਿਨ 'ਚ 2 ਫਲਾਂ ਦਾ ਪ੍ਰਯੋਗ ਕਰੋ, ਇੱਕ ਸਵੇਰੇ ਖਾ ਲਓ ਆਪਣਾ, ਇੱਕ ਦੁਪਹਿਰੇ, ਜਿਹਦੇ 'ਚ ਐਪਲ ਤੁਸੀਂ ਜ਼ਰੂਰ ਲੈਣਾ ਹੈ, ਦੂਸਰਾ ਫਰੂਟ ਤੁਸੀਂ ਖਾ ਸਕਦੇ ਹੋ। ਔਰ ਅੱਜ ਕੱਲ੍ਹ ਤੁਸੀਂ ਇਹ ਵੀ ਸੁਣਿਆ ਹੋਣਾ ਕਿ ਬੜੇ ਡਾਕਟਰਸ ਕਹਿ ਦਿੰਦੇ ਨੇ ਕਿ ਤੁਸੀਂ ਮੈਂਗੋ ਨਹੀਂ ਖਾਣਾ ਜੇ ਤੁਹਾਨੂੰ ਡਾਇਬਟੀਜ਼ ਹੈ, ਜਦ ਕਿ ਐਸਾ ਕੁਝ ਨਹੀਂ ਹੁੰਦਾ। ਮੈਂਗੋ ਇੱਕ ਬਹੁਤ ਅੱਛਾ ਫਲ ਹੈ ਜਿਹਦੇ 'ਚ ਵਿਟਾਮਿਨ ਏ, ਸੀ ਔਰ ਬੀ ਦੀ ਮਾਤਰਾ ਬਹੁਤ ਅੱਛੀ ਹੈ, ਫਾਈਬਰ ਇਹਦੇ 'ਚ ਇੰਨਾ ਅੱਛਾ ਹੈ। ਤਾਂ ਤੁਸੀਂ ਆਪਣਾ ਖਾਓ, ਮੈਂਗੋ ਵੀ ਖਾਓ, ਲੇਕਿਨ ਕੁਆਂਟੀਟੀ ਕਿੰਨੀ ਕੁ ਖਾਣੀ ਹੈ, ਕਿੰਨੀ ਰੇਸ਼ੋ 'ਚ ਖਾਣਾ ਹੈ, ਇਹ ਤੁਸੀਂ ਇੱਕ ਪ੍ਰੋਫੈਸ਼ਨਲ ਡਾਈਟੀਸ਼ੀਅਨ ਨੂੰ ਪੁੱਛ ਕੇ ਲਾਓ, ਇਹ ਤੁਸੀਂ ਖਾ ਸਕਦੇ ਹੋ। ਤੇ ਡਿਨਰ ਦੇ ਬਾਰੇ ਅਗਰ ਅਸੀਂ ਗੱਲ ਕਰੀਏ, ਡਿਨਰ ਦੀ ਬਹੁਤ ਸਾਰੀ ਚੋਇਸਿਸ ਨੇ ਜਿਹੜੀ ਤੁਸੀਂ ਫੋਕਸ ਕਰ ਸਕਦੇ ਹੋ। ਸਪਰਾਊਟਸ ਹੋ ਗਏ ਤੁਹਾਡਾ ਸੋਇਆ ਪ੍ਰੋਟੀਨ ਹੋ ਗਿਆ, ਤੁਹਾਡੇ ਹੋਰ ਵੀ ਬਹੁਤ ਸਾਰੇ ਕੰਬੀਨੇਸ਼ਨਸ ਨੇ ਜਿਹੜੇ ਤੁਸੀਂ ਖਾ ਸਕਦੇ ਹੋ। ਡਿਨਰ ਹਮੇਸ਼ਾ ਕੋਸ਼ਿਸ਼ ਕਰੋ 9 ਵਜੇ ਤੋਂ ਪਹਿਲਾਂ ਤੁਹਾਡਾ ਖਤਮ ਹੋ ਜਾਏ, ਉਸ ਤੋਂ ਬਾਅਦ ਨਹੀਂ, ਕਿਉਂਕਿ ਜਦ ਤੁਸੀਂ ਸੌਣ ਜਾਣਾ ਹੈ ਘੱਟ ਤੋਂ ਘੱਟ ਤੁਹਾਡਾ 3 ਘੰਟੇ ਦਾ ਗੈਪ ਮੇਨਟੇਨ ਰਵੇ ਤੁਹਾਡੇ ਸੌਣ 'ਚ। ਤੇ ਜਦ ਤੁਸੀਂ ਫੋਕਸ ਕਰ ਰਹੇ ਹੋ ਆਪਣੇ ਡਿਨਰ ਦੇ ਉੱਤੇ, ਸਪੈਸ਼ਲੀ ਆਪਣੇ ਘਰ 'ਚ ਇੱਕ ਹੈਲਦੀ ਈਟਿੰਗ ਐਟਮੋਸਫੀਅਰ ਪੈਦਾ ਕਰੋ। ਇਹ ਨਹੀਂ ਹੈਗਾ ਕਿ ਬੱਚਾ ਇੱਕ ਅਲੱਗ ਖਾਣਾ ਖਾ ਰਿਹਾ, ਤੁਸੀਂ ਅਲੱਗ ਟਾਈਮ 'ਤੇ ਖਾਣਾ ਖਾ ਰਹੇ ਹੋ। ਇਹਦੇ 'ਚ ਇੱਕ ਤਾਂ ਟਿਊਨਿੰਗ ਨਹੀਂ ਬੈਠਣੀ, ਉੱਪਰੋਂ ਓਬਸੈਸਡ ਕੁਝ ਵੀ ਖਾਓਗੇ ਤਾਂ ਟੀਵੀ ਨਾ ਦੇਖੋ। ਰੀਜ਼ਨ ਇਜ਼ ਜਦ ਤੁਸੀਂ ਟੀਵੀ ਦੇਖੋਗੇ ਤੁਹਾਡਾ ਸਾਰਾ ਮਾਈਂਡ ਦਾ ਫੋਕਸ ਜਿਹੜਾ ਉਹ ਟੀਵੀ ਦੇ ਵਿੱਚ ਹੈ ਜਾਂ ਮੂਵੀ ਦੇ ਵਿੱਚ ਹੈ। ਤੁਸੀਂ ਜਦ ਇਕੱਲੇ ਬੈਠ ਕੇ ਖਾਣਾ ਖਾਓਗੇ, ਇੱਕ ਤਾਂ ਤੁਸੀਂ ਉਹਨੂੰ ਚੱਬੋਗੇ ਚੰਗੀ ਤਰ੍ਹਾਂ, ਉਹ ਡਾਈਜੈਸਟ ਵੀ ਉਨੀ ਚੰਗੀ ਤਰ੍ਹਾਂ ਹੋਊਗਾ, ਤੁਹਾਡੇ ਬ੍ਰੇਨ ਦੇ ਸਿਗਨਲ ਵੀ ਬਰਾਬਰ ਪਹੁੰਚਣਗੇ ਤੁਹਾਡੇ ਤੱਕ ਵੀ ਹਾਂ ਅਸੀਂ ਖਾ ਲਿਆ, ਅਸੀਂ ਸੰਤੁਸ਼ਟ ਹਾਂ। ਤਾਂ ਜਿੰਨੀ ਅੱਛੀ ਤਰ੍ਹਾਂ ਤੁਸੀਂ ਖਾਣਾ ਉਹਨੂੰ ਇੱਕ ਫੋਕਸ ਦੇ ਕੇ ਖਾਓਗੇ, ਕਿਉਂਕਿ ਇਹ ਰੱਬ ਦੀ ਦੇਣ ਹੈ ਜਿਹੜੀ ਤੁਹਾਨੂੰ ਦਿੱਤੀ ਹੋਈ ਹੈ। ਰੱਬ ਨੇ ਤੁਹਾਨੂੰ ਜਦ ਪੈਦਾ ਕੀਤਾ ਸੀ ਉਹਨੇ ਬੜੀ ਸੁੰਦਰ ਇੱਕ ਆਕ੍ਰਿਤੀ ਬਣਾ ਕੇ ਤੁਹਾਨੂੰ ਭੇਜਿਆ ਸੀ। ਤੁਸੀਂ ਖਰਾਬ ਜਿਹੜਾ ਕਰ ਰਹੇ ਹੋ ਤੁਸੀਂ ਆਪਣੇ ਸਿਸਟਮ ਨਾਲ ਖਰਾਬ ਕਰ ਰਹੇ ਹੋ। ਇਹ ਉਹਦੀ ਰਜ਼ਾ ਨਹੀਂ ਹੈ ਕਿ ਤੁਸੀਂ ਟਾਈਮ ਦੇ ਨਾਲ ਖਰਾਬ ਹੋਏ ਹੋ, ਕਿਉਂਕਿ ਤੁਹਾਨੂੰ ਅੱਜ ਕੱਲ੍ਹ ਜੇ ਦੇਖਿਆ ਜਾਵੇ ਲੋਕਾਂ ਦਾ ਫੋਕਸ ਸਾਰਾ ਬਾਹਰ ਦਾ ਹੈ। ਖਾਣਾ ਪੀਣਾ ਘਰੇ ਉਹ ਬੋਰ ਹੋ ਜਾਂਦੇ ਨੇ, ਚਲੋ ਜੀ ਬਾਹਰ ਜਾਓ ਖਾਣਾ। ਤਾਂ ਡਿਨਰ ਕੋਸ਼ਿਸ਼ ਕਰੋ ਆਪਣਾ ਘਰੇ ਹੋਮ ਫੂਡ ਖਾਓ ਜਿਹੜਾ ਕਿ ਤੁਹਾਡੇ ਲਈ ਹੈਲਦੀ ਵੀ ਹੋਵੇ, ਨਾਲ ਨਾਲ ਤੁਸੀਂ ਆਪਣੇ ਪਾਣੀ ਦੇ ਪੀਣ ਦਾ ਵੀ ਧਿਆਨ ਦਿਓ। ਬਹੁਤ ਬਹੁਤ ਵਧੀਆ ਜਿਹੜੀ ਤੁਸੀਂ ਜਾਣਕਾਰੀ ਦਿੱਤੀ ਹੈ। ਪਰ ਇੱਕ ਗੱਲ ਮੈਂ ਜ਼ਰੂਰ ਪੁੱਛਣਾ ਚਾਹੁੰਦਾ, ਆਮ ਕਰਕੇ ਲੋਕ ਕਹਿੰਦੇ ਨੇ ਕਿ ਜਿਹੜਾ ਆ ਦੁਪਹਿਰ ਦਾ ਖਾਣਾ ਹੈਵੀ ਕਰ ਲਓ ਜਾਂ ਸਵੇਰ ਦਾ ਖਾਣਾ ਹੈਵੀ ਕਰ ਲਓ, ਰਾਤ ਦਾ ਲਾਈਟ ਕਰ ਲਓ, ਇਹ ਕੀ ਸਿਸਟਮ ਹੁੰਦਾ, ਕਿਸ ਤਰੀਕੇ ਨਾਲ ਵਰਕ? ਇਹ ਸਰ ਬੇਸਿਕਲੀ ਦੇਖੋ, ਜੇ ਤੁਸੀਂ ਦੇਖਦੇ ਹੋ ਅੱਜ ਦੇ ਟਾਈਮ 'ਚ ਅਸੀਂ ਕੀ ਕਰਦੇ ਹਾਂ, ਅਸੀਂ ਆਪਣਾ ਡਿਨਰ ਖਾ ਲੈਂਦੇ ਨੇ ਜਾਂ ਕਈ ਲੋਕੀ ਐਸੇ ਨੇ ਡਿਨਰ ਛੱਡਦੇ ਨੇ। ब्रेकफास्ट अपना बैलेंस्ड खाइए, ये नहीं है बहुत ज़्यादा खाना है, ये नहीं बहुत कम खाना है, क्योंकि सुबह का जो नाश्ता है जब आप खाओगे उसने पूरा दिन आपकी बॉडी को चलाना है। तो सबसे पहले दिन की शुरुआत अच्छे पानी से होनी चाहिए। हम ये नहीं कहेंगे कि आप किसी भी तरह का फैंसी वाटर पियो, ये सिर्फ ਉਹਨਾਂ ਨੂੰ ਦੱਸਿਆ ਜਾਂਦਾ ਹੈ ਜਿਹੜੇ ਕਿ ਪਾਣੀ ਦੇ ਚੋਰ ਨੇ ਜਾਂ ਜਿਹੜੇ ਪਾਣੀ ਨਹੀਂ ਪੀਣਾ ਪਸੰਦ ਕਰਦੇ, ਤਾਂ ਉਹਨੂੰ ਕਹਿ ਦਿੱਤਾ ਜਾਂਦਾ ਹੈ ਕਿ ਤੁਸੀਂ ਖੀਰਾ ਪਾ ਕੇ ਪਾਣੀ ਪੀ ਲਓ ਜਾਂ ਨਿੰਬੂ ਪਾ ਕੇ ਪਾਣੀ ਪੀ ਲਓ ਤਾਂ ਕਿ ਪਾਣੀ ਦੀ ਮਾਤਰਾ ਵੱਧ ਜਾਏ। ਬਟ ਜਿੰਨਾ ਤੁਹਾਡਾ ਪਿਓਰ ਵਾਟਰ ਬੋਡੀ 'ਚ ਅਸਰ ਕਰੇਗਾ ਉਸ ਤੋਂ ਵੱਧ ਕੇ ਨਹੀਂ ਕਰੇਗਾ। ਤੁਸੀਂ ਆਪਣਾ ਬੋਡੀ ਦਾ ਜਿਹੜਾ ਵਾਟਰ ਇਨਟੇਕ ਵੀ ਕੈਲਕੂਲੇਟ ਕਰ ਸਕਦੇ ਹੋ, ਆਪਣੇ ਵਜ਼ਨ ਨੂੰ 35 ਦੇ ਨਾਲ ਮਲਟੀਪਲਾਈ ਕਰਕੇ ਜਿੰਨਾ ਅਮਾਊਂਟ ਆਉਂਦਾ ਹੈ ਉਹ ਤੁਹਾਡਾ ਐਕਚੁਅਲ ਵਾਟਰ ਇਨਟੇਕ ਹੈ ਤੁਹਾਡੀ ਬੋਡੀ ਦਾ। ਦੂਸਰੀ ਗੱਲ,
ਜਦ ਤੁਸੀਂ ਬ੍ਰੇਕਫਾਸਟ ਕਰ ਰਹੇ ਹੋ ਤਾਂ ਇੱਕ ਬੈਲੈਂਸਡ ਮੀਲ ਰੱਖੋ। ਤੁਹਾਨੂੰ ਉਵੇਂ ਹੀ ਦੱਸਿਆ ਇਹ ਸਭ ਚੀਜ਼ਾਂ ਤੁਹਾਡੇ ਵਜ਼ਨ ਦੇ ਰਿਲੇਟਿਡ ਹੋਣਗੀਆਂ ਵੀ ਤੁਹਾਡਾ ਜੇ ਇੰਨਾ ਵਜ਼ਨ ਲਾਈਕ ਆ ਰਿਹਾ ਤਾਂ ਤੁਹਾਡੀ ਬਾਡੀ ਦੇ weight ਦੇ ਹਿਸਾਬ ਨਾਲ ਤੁਹਾਨੇ ਕਿੰਨਾ ਕੁ ਪ੍ਰੋਟੀਨ ਲੈਣਾ ਹੈ, ਕਿੰਨਾ ਕਾਰਬੋਹਾਈਡਰੇਟ ਲੈਣਾ ਹੈ ਤੇ ਕਿੰਨਾ ਫੈਟ ਦੀ ਰੇਸ਼ੋ ਲੈਣੀ ਹੈ। ਤੇ ਉਵੇਂ ਹੀ ਜੇ ਬੈਲੈਂਸ ਖਾਓ, ਬਹੁਤ ਜ਼ਿਆਦਾ ਨਹੀਂ ਖਾਓ, ਕਿਉਂਕਿ ਜ਼ਿਆਦਾ ਖਾਓਗੇ ਤਾਂ ਆਬਵੀਅਸਲੀ ਡਾਈਜੈਸਟਿਵ ਇਸ਼ੂਜ਼ ਵੀ ਨਾਲ ਆਉਣਗੇ, ਕਿਉਂਕਿ ਜ਼ਿਆਦਾ ਪ੍ਰੋਟੀਨ ਦੇ ਨਾਲ ਵੀ ਤੁਹਾਡੇ ਪੇਟ 'ਚ ਐਸਿਡਿਟੀ ਦਾ ਪ੍ਰੋਬਲਮ ਹੋ ਸਕਦਾ ਹੈ। ਤੁਹਾਨੂੰ ਥੋੜ੍ਹੀ ਦੇਰ ਬਾਅਦ ਜਲਨ ਮਹਿਸੂਸ ਹੋ ਸਕਦੀ ਹੈ, ਜਿਹੜੀ ਕਿ ਤੁਸੀਂ ਅੱਜ ਪ੍ਰੋਬਲਮਸ ਦੇਖ ਰਹੇ ਹੋ ਕਿ ਨੋਰਮਲੀ ਹੈਗੀਆਂ ਲੋਕਾਂ ਦੇ ਵਿੱਚ। ਫਿਰ ਉਸ ਤੋਂ ਬਾਅਦ ਆਪਣਾ ਇੱਕ 5 ਘੰਟੇ ਦਾ ਗੈਪ ਲਓ, ਬਾਡੀ ਨੂੰ ਪਾਣੀ ਦਿਓ, ਕਿਉਂਕਿ 70% ਜਿਹੜੀ ਬਾਡੀ ਹੈ ਉਹ ਇਨਸਾਨ ਦੀ ਪਾਣੀ ਦੇ ਨਾਲ ਬਣੀ ਹੋਈ ਹੈ। ਤੇ ਜਦ ਤੁਸੀਂ ਪਾਣੀ ਪੀਓਗੇ ਤਾਂ ਆਬਵੀਅਸਲੀ ਬਾਡੀ ਫੀਲ ਹੋਏਗੀ। ਤੁਹਾਡੇ ਸਕਿਨ ਸੈਲਸ ਹਰ 28 ਦਿਨ ਬਾਅਦ ਬਣਦੇ ਨੇ, ਨਵੇਂ ਬਣਦੇ ਨੇ। ਤੁਸੀਂ ਜੇ ਦੇਖੋਗੇ ਲੋਕਾਂ ਦੀ ਸਕਿਨ ਬੜੀ ਗਲੋ ਕਰਦੀ ਹੈ। ਕਿਉਂ ਗਲੋ ਕਰਦੀ ਹੈ? ਬਿਕੋਜ਼ ਵਾਟਰ ਇਨਟੇਕ ਬਹੁਤ ਅੱਛਾ ਹੈ। ਤਾਂ ਜਿੰਨੀ ਤੁਹਾਡੀ ਬਾਡੀ ਦਾ weight ਹੈ ਉਹਦੇ ਹਿਸਾਬ ਨਾਲ ਤੁਸੀਂ ਵਾਟਰ ਕੈਲਕੂਲੇਟ ਕਰਕੇ ਓਨਾ ਪਾਣੀ ਪੀ ਸਕਦੇ ਹੋ। ਦੈਨ ਤੁਹਾਡਾ ਦੁਪਹਿਰ ਦਾ ਲੰਚ ਜਿਹੜਾ ਆਉਂਦਾ ਉਹ ਵੀ ਇੱਕ ਬੈਲੈਂਸਡ ਲੰਚ ਲਓ, ਜਿਹਦੇ ਵਿੱਚ ਤੁਹਾਡੀ ਰੋਟੀ ਹੋਵੇ, ਜਿਹਦੇ ਵਿੱਚ ਤੁਹਾਡੀ ਸਬਜ਼ੀ ਹੋਵੇ, ਜਿਹਦੇ ਵਿੱਚ ਤੁਹਾਡੀ ਸਬਜ਼ੀ ਜਾਂ ਸਲਾਦ 'ਚ ਤੁਸੀਂ ਇੱਕ ਚੀਜ਼ ਆਪਸ਼ਨ ਕਰ ਸਕਦੇ ਹੋ। एंड द सेकंड मील इज़ लाइक आप दाल, पनीर की सब्ज़ी, इनमें से कुछ भी आप चॉइस कर सकते हैं। ਠੀਕ ਹੈ, ਬਹੁਤ ਵਧੀਆ ਜਿਹੜੀ ਉਹ ਜਾਣਕਾਰੀ ਹੈਗੀ ਹੈ ਕਿ ਉਸ ਤਰੀਕੇ ਨਾਲ ਅਸੀਂ ਬੈਲੈਂਸ ਮੇਨਟੇਨ ਕਰੀਏ, ਪਰ ਨਹੀਂ ਕਰਦੇ। ਇਹ ਸਭ ਦੀ ਪ੍ਰੋਬਲਮ ਹੈਗੀ ਆ। ਤੇ ਮੇਨ ਜਿਹੜਾ ਤੁਸੀਂ ਕਾਰਨ ਦੱਸਿਆ ਕਿ ਠੀਕ ਹੈ, ਸ਼ੂਗਰ ਜਾਂ ਡਾਇਬਟੀਜ਼ ਹੋਣ ਦਾ ਕਾਰਨ ਹੈ ਸਾਡਾ ਮੋਟਾਪਾ ਹੋਣਾ। ਲੀਵਰ ਦੀ ਪ੍ਰੋਬਲਮ ਦੇ ਉੱਤੇ ਥੋੜ੍ਹੀ ਜਿਹੀ ਮੈਂ ਚਰਚਾ ਕਰਨੀ ਚਾਹੁੰਦਾ। ਲੀਵਰ ਦੀ ਪ੍ਰੋਬਲਮ ਅੱਜ ਕੱਲ੍ਹ ਬਹੁਤ ਸਾਰੇ ਆ, ਖਾਣਾ ਹਜਮ ਨਹੀਂ ਹੋ ਰਿਹਾ ਜਾਂ ਹਜਮ ਨਹੀਂ ਹੁੰਦਾ। ਪਹਿਲਾਂ ਜਿਵੇਂ ਆਪਾਂ ਗੱਲ ਕੀਤੀ ਆ, ਭਰਿਆ ਰਹਿੰਦਾ ਆ, ਡੁਕਾਰ ਆਉਣਾ, ਹੋਰ ਪ੍ਰੋਬਲਮਸ ਹੋਣੀ, ਐਸਿਡ ਬਣਨਾ। ਇਹ ਕੀ ਪ੍ਰੋਬਲਮਸ ਹੈ, ਕਿਵੇਂ ਬਚਣਾ? ਦੇਖੋ, ਜਿਵੇਂ ਕਿ ਤੁਸੀਂ ਇੱਕ ਗੱਡੀ ਚਲਾਉਂਦੇ ਹੋ ਸਰ, ਤੁਸੀਂ ਆਪਣੀ ਸਵਾਰੀਆਂ ਨਾਲ ਬਿਠਾਓਗੇ ਤਾਂ ਤੁਸੀਂ ਉਹਨਾਂ ਨੂੰ ਅਲੱਗ-ਅਲੱਗ ਡੈਸਟੀਨੇਸ਼ਨ ਦੇ ਵਿੱਚ ਤੁਸੀਂ ਉਹਨਾਂ ਨੂੰ ਬਿਠਾਓਗੇ ਵੀ ਕਿਸੇ ਨੇ ਰਾਜਪੁਰੇ ਉਤਰਨਾ, ਕਿਸੇ ਨੇ ਪਟਿਆਲਾ ਉਤਰਨਾ। ਐਵੇਂ ਹੀ ਸਾਡਾ ਲਿਵਰ ਹੈ। ਲੀਵਰ ਇੱਕ ਇਹੋ ਜਿਹਾ ਔਰਗਨ ਹੈ ਬਾਡੀ ਦਾ ਜਿਹੜਾ ਕਿ ਬਹੁਤ ਇੰਪੋਰਟੈਂਟ ਔਰਗਨ ਹੈ। ਉਹਨੇ ਕੀ ਕਰਨਾ, ਜੋ ਵੀ ਤੁਸੀਂ ਖਾ ਰਹੇ ਹੋ ਉਹਨੂੰ ਊਰਜਾ 'ਚ ਕਨਵਰਟ ਕਰਕੇ ਜਾਂ ਉਹਦੇ ਨਿਊਟਰੀਐਂਟਸ ਨੂੰ ਆਪਣੀ ਥਾਵਾਂ 'ਤੇ ਪਹੁੰਚਾਉਣਾ ਹੈ। ਪਹਿਲਾਂ ਦੇ ਸਮੇਂ ਤੁਸੀਂ ਦੇਖਦੇ ਹੋ ਜਿਹੜੇ ਡੈਥ ਰੇਟ ਹੈ ਉਹ ਵੱਧ ਗਿਆ ਸੀ ਐਲਕੋਹਲਿਕ ਲੀਵਰ ਨਾਲ, ਜਿਹਨੂੰ ਅਸੀਂ ਬੋਲਦੇ ਹਾਂ ਕਰੋਨਿਕ ਲੀਵਰ ਡਿਜ਼ੀਜ਼ਸ ਦੇ ਵਿੱਚ ਐਲਕੋਹਲ ਲੈਣ ਨਾਲ ਹੋ ਗਿਆ। ਲੇਕਿਨ ਅੱਜ ਦੀ ਰੇਸ਼ੋ ਜੇ ਤੁਸੀਂ ਦੇਖਦੇ ਹੋ ਤਾਂ ਅੱਜ NAFLD ਦੀ ਟਰਮ ਬੜੀ ਆਰਾਮ ਨਾਲ ਸੁਣਨ 'ਚ ਆ ਰਹੀ ਹੈ। ਇਹਨੂੰ ਅਸੀਂ ਬੋਲ ਸਕਦੇ ਹਾਂ ਨਾਨ ਐਲਕੋਹਲਿਕ ਫੈਟੀ ਲੀਵਰ ਡਿਜ਼ੀਜ਼। ਇਹ ਜ਼ਰੂਰੀ ਨਹੀਂਗਾ ਕਿ ਤੁਸੀਂ ਅਗਰ ਸ਼ਰਾਬ ਪੀ ਰਹੇ ਹੋ ਜਾਂ ਐਲਕੋਹਲ ਲੈ ਰਹੇ ਹੋ ਜਾਂ ਨਸ਼ੇ ਕਰ ਰਹੇ ਹੋ ਉਹਦੇ ਨਾਲ ਹੋ ਰਿਹਾ, ਨਹੀਂ। ਇਹ ਹੋ ਰਿਹਾ ਹੈ ਤੁਹਾਡਾ ਐਕਸੈਸ ਨਾਲ, ਤਲਿਆ ਹੋਇਆ ਖਾਣਾ ਖਾਣ ਨਾਲ, ਮੈਦੇ ਦੇ ਪ੍ਰੋਡਕਟਸ, ਚਿਪਸ ਹੋ ਗਏ, ਤੁਹਾਡੀ ਕੋਕ ਹੋ ਗਈ, ਇਹ ਸਭ ਚੀਜ਼ਾਂ ਤੁਹਾਡੇ ਲੀਵਰ ਨੂੰ ਹਾਰਮ ਕਰ ਰਹੀਆਂ ਨੇ। ਲੀਵਰ ਹਮੇਸ਼ਾ ਡੀਟੌਕਸੀਫਾਈ ਆਪਣੇ ਆਪ ਨੂੰ ਕਰਦਾ ਇੱਕ ਸਮੇਂ 'ਤੇ ਆ ਕੇ, ਲੇਕਿਨ ਜਦ ਤੁਸੀਂ ਉਹਦੇ ਉੱਤੇ ਲੋਡ ਪਾ ਦੋਗੇ ਤਾਂ ਤੁਹਾਨੂੰ ਲੀਵਰ ਦੀ ਪ੍ਰੋਬਲਮਸ ਦੇ ਨਾਲ ਤੁਹਾਨੂੰ ਸਾਇੰਸ ਆਉਣਗੇ। ਬਾਡੀ ਦੇ ਅੰਦਰ ਇਨਫਲਾਮੇਸ਼ਨ ਵਧੇਗਾ, ਸਵੈਲਿੰਗ ਵਧੇਗੀ, ਤੁਹਾਡੀ ਇਮਿਊਨਿਟੀ ਘਟਦੀ ਜਾਵੇਗੀ ਅਤੇ ਤੁਸੀਂ ਦੇਖੋਗੇ ਤੁਹਾਨੂੰ ਗੈਸ ਦੀ ਪ੍ਰੋਬਲਮ ਹੋ ਰਹੀ ਹੈ, ਕਬਜ਼ੀ ਦੀ ਪ੍ਰੋਬਲਮ ਹੋ ਰਹੀ ਹੈ, ਕ੍ਰੋਨ ਡਿਜ਼ੀਜ਼ ਹੋ ਰਿਹਾ, ਅੰਦਰ ਛਾਲੇ ਨਿਕਲ ਰਹੇ ਨੇ ਤੁਹਾਡੇ ਢਿੱਡ ਦੇ, ਜਾਂ ਤੁਹਾਨੂੰ ਕੌਨਸਟੀਪੇਸ਼ਨ ਹੋ ਰਹੀ ਹੈ, ਪਾਇਲਸ ਦੀ ਦਿੱਕਤ ਆ ਰਹੀ ਹੈ। ਇਹ ਬਹੁਤ ਸਾਰੇ ਸਾਇੰਸ ਨੇ ਜਿਹੜੇ ਕਿ ਤੁਹਾਨੂੰ ਨੋਟਿਸ ਹੋਣਗੇ ਵਿਦ ਲੀਵਰ ਡਿਜ਼ੀਜ਼ ਨਾਲ। ਅਤੇ ਇਹ ਲੀਵਰ ਨੂੰ ਕਿਵੇਂ ਤੁਸੀਂ ਬੈਲੈਂਸ ਕਰ ਸਕਦੇ ਹੋ? ਤੁਸੀਂ ਆਪਣਾ ਫਲਾਂ 'ਤੇ, ਸਬਜ਼ੀਆਂ 'ਤੇ ਆਪਣੇ ਬੈਲੈਂਸ ਪ੍ਰੋਟੀਨ 'ਤੇ ਫੋਕਸ ਕਰਕੇ ਤੁਸੀਂ ਆਪਣੀ ਲੀਵਰ ਨੂੰ ਰੀਜਨਰੇਟ ਕਰ ਸਕਦੇ ਹੋ। ਇਹਦਾ ਇੱਕ ਆਪਣਾ ਸਿਸਟਮ ਹੈ ਕਿ ਅਸੀਂ ਕਿਵੇਂ ਤਲੇ ਹੋਏ ਨੂੰ ਛੱਡ ਕੇ ਅਸੀਂ ਇੱਕ ਬੈਲੈਂਸਡ ਅਤੇ ਹੈਲਦੀ ਮੀਲ ਲਈਏ, ਨਾ ਕਿ ਅਸੀਂ ਮੈਦਾ ਖਾਈਏ। ਅਸੀਂ ਹੋਲ ਗ੍ਰੇਨਸ 'ਤੇ ਫੋਕਸ ਕਰੀਏ। ਅਸੀਂ ਕਿਹੜੇ ਆਟੇ ਪ੍ਰੈਫਰ ਕਰਨੇ ਆ ਮਾਰਕੀਟ 'ਚ ਲੈਣਾ ਕਿ ਜਿਹਦੇ ਨਾਲ ਸਾਡਾ ਬਾਡੀ ਦਾ ਸਿਸਟਮ ਜਿਹੜਾ ਹੈ ਮੇਨਟੇਨ ਰਹੇ। ਠੀਕ ਹੈ, ਤੁਸੀਂ ਲੀਵਰ ਦੱਸ ਰਹੇ ਹੋ, ਪਰ ਕਈ ਵਾਰ ਕੀ ਹੁੰਦਾ ਕਿ ਜੰਕ ਫੂਡ ਖਾਧਾ ਜਾਂਦਾ। ਅਸੀਂ ਮੰਨ ਲਓ ਅੱਜ ਕੱਲ੍ਹ ਕਲਚਰ ਬਣਿਆ ਹੋਇਆ, ਜੰਕ ਫੂਡ ਖਾ ਹੀ ਲੈਂਦੇ ਹਾਂ, ਸਾਰੇ ਲੋਕ ਖਾਂਦੇ ਆ। ਅਤੇ ਫਿਰ ਉਹਨੂੰ ਕਿਵੇਂ ਡਾਈਜੈਸਟ ਕਰੀਏ ਜਾਂ ਉਹ ਤੋਂ ਕਿਵੇਂ ਥੋੜ੍ਹਾ ਜਿਹਾ ਉਹਦੇ ਨਾਲ ਵਰਕ ਕਰੀਏ ਕਿ ਸਾਡਾ ਜਿਹੜਾ ਜੰਕ ਫੂਡ ਹੈ ਜਾਂ ਕਦੇ ਨਾ ਕਦੇ ਖਾਧਾ ਹੋਇਆ, ਵੈਸੇ ਰੋਜ਼ ਖਾਣ ਵਾਲੇ, ਬਰਗਰ ਖਾਣ ਵਾਲੇ ਲੋਕ ਨਹੀਂ ਸਾਡੇ ਵਿੱਚ, ਪਰ ਕਦੇ ਨਾ ਕਦੇ ਉਹਨੂੰ ਕਿਵੇਂ ਬੈਲੈਂਸ ਕੀਤਾ ਜਾਵੇ? ਦੇਖੀਏ ਸਰ, ਪਹਿਲੀ ਤਾਂ ਗੱਲ ਮੈਂ ਇਹ, ਜੇ ਤੁਸੀਂ ਉਹਨਾਂ ਦੇ ਬਰਗਰ ਨਹੀਂ ਖਾਓਗੇ ਤਾਂ ਅਗਲਿਆਂ ਦੀ ਸੇਲ ਕਿਵੇਂ ਵਧੇਗੀ? ਠੀਕ ਹੈ ਨਾ, ਇਹ ਬਹੁਤ ਬੜੀ ਮਾਰਕੀਟ ਹੈ। ਜੇ ਫੂਡ ਕੰਜ਼ਿਊਮ ਕਰਨ ਵਾਲੇ ਫੂਡ ਨਹੀਂ ਕੰਜ਼ਿਊਮ ਕਰਨਗੇ ਤਾਂ ਓਬਵੀਅਸਲੀ ਮਾਰਕੀਟ ਹੈ। ਤੁਸੀਂ ਅੱਜ TV 'ਚ ਐਡ ਦੇਖੋਗੇ, ਜੇ ਅਨਿਲ ਕਪੂਰ ਬਰਗਰ ਖਾ ਰਿਹਾ ਤਾਂ ਤੁਸੀਂ ਕਹੋਗੇ ਆਹ ਵਾਲਾ ਰੈਪ ਵੀ ਅਸੀਂ ਟਰਾਈ ਕਰਨਾ ਹੈ। ਜਦ ਤੁਸੀਂ ਇਹ ਖਾ ਰਹੇ ਹੋ, ਅਸੀਂ ਮੰਨ ਸਕਦੇ ਹਾਂ ਵੀ ਤੁਹਾਡਾ ਸਕੈਜੂਅਲ ਜਿਹੜਾ ਹੈ ਉਹ ਬਹੁਤ ਟਾਈਟ ਹੈ ਜਾਂ ਤੁਹਾਡੇ ਕੋਲ ਨਹੀਂ ਟਾਈਮ ਆਪਣੇ ਲਈ, ਤਾਂ ਅਸੀਂ ਕੀ ਕਹਿੰਦੇ ਹਾਂ ਵੀ ਥੋੜ੍ਹਾ ਜਿਹਾ ਹੋ ਸਕੇ ਕੋਸ਼ਿਸ਼ ਕਰੋ ਇੱਕ ਤਾਂ ਪਾਣੀ 'ਤੇ ਫੋਕਸ ਕਰਨ। ਜੇ ਕਦੇ ਕਦਾਰ ਤਾਂ ਇਜ਼ ਓਕੇ ਕਿ 15 ਦਿਨ 'ਚ ਤੁਸੀਂ ਇੱਕ ਵਾਰੀ ਬਾਹਰ ਦਾ ਮੀਲ ਲੈ ਲਓ, ਲੇਕਿਨ ਆਪਣੇ ਸਮੇਂ ਦੇ ਨਾਲ, ਆਪਣੀ ਬਾਡੀ ਦੇ ਨਾਲ ਨਾ ਹੀ ਕੰਪਰੋਮਾਈਜ਼ ਕਰੋ, ਨਾ ਹੀ ਉਹਦੇ ਵਿੱਚ ਅੰਦਰ ਤੁਸੀਂ ਇਹੋ ਜਿਹਾ ਗੰਦੇ ਟੌਕਸਿਨਸ ਪ੍ਰੋਡਿਊਸ ਕਰਵਾਓ ਇਹੋ ਜਿਹੇ ਖਾਣ ਪੀਣ ਨਾਲ ਕਿ ਜਿਹੜੇ ਆਉਣ ਵਾਲਾ ਸਮੇਂ ਤੁਸੀਂ ਫਿਰ, ਇੱਕ ਹੁੰਦਾ ਨਾ ਕਿ ਸਾਨੂੰ ਆਪਣੀ ਗਲਤੀਆਂ ਦਾ ਇੱਕ ਟਾਈਮ 'ਤੇ ਆ ਕੇ ਯਾਦ ਆਉਂਦੀਆਂ ਵੀ ਕਾਸ਼ ਮੈਂ ਉਸ ਟਾਈਮ ਇਹ ਕਰ ਲਿਆ ਹੁੰਦਾ।
ਤਾਂ ਸ਼ਾਇਦ ਅੱਜ ਮੇਰੀ ਸਿਚੁਏਸ਼ਨ ਨਾ ਹੁੰਦੀ। ਤਾਂ ਤੁਹਾਨੂੰ ਬਾਡੀ ਆਪਣੇ ਇੱਕ ਸਿੰਪਟਮ ਦੇਗੀ, ਇੱਕ ਸਾਈਨ ਦੇਗੀ। ਜਾਂ ਤਾਂ ਤੁਹਾਨੂੰ ਨੀਂਦ ਆਉਣੀ ਬੰਦ ਹੋਏਗੀ ਰਾਤ ਨੂੰ, ਤੁਸੀਂ ਦੇਖੋਗੇ ਤੁਹਾਡੀ ਨੀਂਦ ਇੰਨੀ ਕੱਚੀ ਹੋ ਰਹੀ ਹੈ, ਕਿਉਂਕਿ ਤੁਹਾਨੂੰ ਕਈ ਵਾਰੀ ਅੱਧੀ ਰਾਤ ਨੂੰ ਵੀ ਦੇਖੋਗੇ ਤਾਂ ਪੇਟ 'ਚ ਦਰਦ ਹੋਣਾ। ਤਾਂ ਤੁਸੀਂ ਜਿੰਨਾ ਇਹ ਬਾਹਰ ਦਾ ਖਾਓਗੇ ਓਨਾ ਇਹ ਤੁਹਾਨੂੰ ਹਾਰਮ ਦੇਗਾ। ਇਹਦਾ ਇੱਕ ਹੀ ਚੀਜ਼ ਹੈ, ਤੁਸੀਂ ਆਪਣੇ ਪੇਟ ਦੇ ਗਟ ਬੈਕਟੀਰੀਆ 'ਤੇ ਵਰਕ ਕਰੋ। ਜੇ ਤੁਸੀਂ ਇਹ ਸਭ ਚੀਜ਼ਾਂ ਲੈ ਰਹੇ ਹੋ ਤਾਂ ਹੋ ਸਕੇ 1-2 ਮੀਲ ਆਪਣੇ ਘਰੋਂ ਪੈਕ ਕਰਵਾਓ। ਦੂਜਾ ਵੀ ਬਾਜ਼ਾਰ 'ਚ ਹੈਲਦੀ ਆਪਸ਼ਨਸ 'ਤੇ ਫੋਕਸ ਕਰ ਲਓ। ਜੇ ਤੁਸੀਂ ਲੈ ਰਹੇ ਹੋ ਪੈਕਡ ਮੀਲਸ ਲੈ ਰਹੇ ਹੋ, ਤੁਸੀਂ ਪਨੀਰ ਦਾ ਸੈਲਡ ਲੈ ਸਕਦੇ ਹੋ, ਤੁਸੀਂ ਹਰੀ ਸਬਜ਼ੀਆਂ ਦਾ ਸਲਾਦ ਉੱਥੇ ਮੰਗਵਾ ਕੇ ਖਾ ਸਕਦੇ ਹੋ। ਅੱਜ ਕੱਲ੍ਹ ਤੁਸੀਂ ਦੇਖ ਰਹੇ ਹੋ ਬਸ ਸੌਸਿਸ ਨਾ ਐਡ ਹੋਣ। ਜਿੰਨੀ ਸੌਸਿਸ ਐਡ ਹੋਣਗੀਆਂ ਉਹ ਮਤਲਬ ਟਰਾਂਸ ਫੈਟ ਹੈ, ਜਿਹੜਾ ਕਿ ਜਾ ਕੇ ਤੁਹਾਡੀ ਆਰਟਰੀਜ਼ 'ਚ ਡਿਪੋਜ਼ਿਟ ਹੋਏਗਾ, ਤੁਹਾਨੂੰ ਬਿਮਾਰ ਕਰੇਗਾ ਹੀ ਕਰੇਗਾ। ਤਾਂ ਤੁਸੀਂ ਇਹਨਾਂ ਨੂੰ ਕਲੀਅਰ ਕਰਨ ਲਈ ਦਿਨ 'ਚ 1 ਗਲਾਸ ਨਿੰਬੂ ਪਾਣੀ ਦਾ ਲੈ ਲਓ, 1 ਗਲਾਸ ਤੁਸੀਂ ਆਪਣਾ ਕੋਕੋਨਟ ਵਾਟਰ ਲੈ ਸਕਦੇ ਹੋ। ਫਲਾਂ ਨੂੰ ਖਾਣਾ ਪ੍ਰੈਫਰ ਕਰੋ ਜੂਸ ਦੀ ਜਗ੍ਹਾ 'ਤੇ, ਬਿਕੋਜ਼ ਫਲ ਜਿਹੜੇ ਨੇ, ਜੇ ਤੁਸੀਂ 3 ਮੌਸੰਮੀ ਲਓਗੇ 1 ਗਲਾਸ ਜੂਸ ਨਿਕਲੂਗਾ ਕਿੱਥੇ। ਜਦ ਤੁਸੀਂ 1 ਮੌਸੰਮੀ ਖਾ ਲਓਗੇ ਤਾਂ ਤੁਹਾਡਾ ਪੇਟ ਫੁੱਲ ਫੀਲ ਕਰੇਗਾ, ਕਿਉਂਕਿ ਉਹਦੇ ਨਾਲ ਨਾਲ ਤੁਹਾਡੇ ਫਾਈਬਰ ਵੀ ਅੰਦਰ ਗਿਆ ਹੈ। ਤਾਂ ਇਹ ਚੀਜ਼ਾਂ ਦਾ ਤੁਸੀਂ ਥੋੜਾ ਧਿਆਨ ਦੇਣਾ है। अपने पैक्ड मील्स ले जाने आप कोशिश करिए कि आप जैसे अंकुरित दाल ਦਾ ਸਲਾਦ ਇੱਕ ਟਾਈਮ ਤੇ ਪੈਕ ਕਰਵਾ ਲਿਆ। ਅੱਜ ਕੱਲ੍ਹ ਸਭ ਸਟੋਰਡ ਫ੍ਰਿਜ ਮਿਲਦੇ ਨੇ ਛੋਟੇ ਛੋਟੇ, ਤੁਸੀਂ ਕਾਰ 'ਚ ਰੱਖ ਸਕਦੇ ਹੋ ਥਰਮਾਕੋਲ ਦੇ ਵਿੱਚ ਪੈਕ ਕਰਕੇ। ਤੇ ਇਹ ਤੁਸੀਂ ਨਟਸ ਤੁਸੀਂ ਫੋਕਸ ਕਰ ਸਕਦੇ ਹੋ ਕਿ मैंने अपना एक पाउच लिया, उसमें मैंने थोड़े बादाम पा ले, सूरजमुखी ਦੇ ਬੀਜ ਪਾ ਲਏ। ਇਹ ਕਿ ਤੁਹਾਨੂੰ ਹੈਲਦੀ ਕਰਨਗੇ। ਇਹ ਕਿ ਇੱਕ ਟਾਈਮ ਤੇ ਭੁੱਖ ਲੱਗੀ ਤਾਂ ਜਿੱਥੇ ਤੁਸੀਂ ਬਾਦਾਮ ਤੇ ਥੋੜਾ ਸੈਲਡ ਲੈ ਕੇ ਖਾ ਰਹੇ ਹੋ ਤਾਂ ਤੁਹਾਨੂੰ ਆਪੇ ਹੀ ਤੁਹਾਡਾ ਢਿੱਡ ਭਰਨਾ, ਤੁਹਾਡੀ ਹੌਲੀ ਹੌਲੀ ਆਦਤਾਂ ਜਿਹੜੀਆਂ ਉਹ ਬੈਲੈਂਸ ਆ ਜਾਣਗੇ। ਫਿਰ ਆਦਤਾਂ ਜਿਹੜੀਆਂ ਉਹ ਸੁਧਰਦੀਆਂ ਨਹੀਂ ਹੈਗੀਆਂ। ਇਹ ਗੱਲ ਪੱਕੀ। ਇੱਕ ਚੀਜ਼ ਹੋਰ ਇੰਪੋਰਟੈਂਟ ਹੈਗੀ ਆ ਕਿ ਅਸੀਂ ਕਈ ਐਸੇ ਲੋਕ ਹੁੰਦੇ ਨੇ ਜਿਹੜੇ ਕਹਿੰਦੇ ਆ ਵੀ ਠੀਕ ਹੈ ਮੈਂ ਇੱਕ ਟਾਈਮ ਦੀ ਰੋਟੀ ਜੇ ਛੱਡ ਦੇਵਾਂ ਜਾਂ ਇੱਕ ਟਾਈਮ ਮੈਂ ਨਾ ਖਾਵਾਂ ਤਾਂ ਉਹਦੇ ਨਾਲ ਜ਼ਿਆਦਾ ਸਿਹਤ ਵਧੀਆ ਰਹਿੰਦੀ ਹੈ। ਕੀ ਇਹੋ ਜਿਹਾ ਹੁੰਦਾ ਕਿ ਇੱਕ ਟਾਈਮ ਦੀ ਰੋਟੀ ਛੱਡ ਕੇ ਐਸਾ ਕੁਝ ਨਹੀਂ ਹੁੰਦਾ ਹੈ ਵੀ ਤੁਸੀਂ ਇੱਕ ਟਾਈਮ ਦਾ ਖਾਣਾ ਖਾਓਗੇ ਜਾਂ ਤੁਸੀਂ 2 ਟਾਈਮ ਦਾ ਖਾਓਗੇ ਜਾਂ ਇੱਕ ਟਾਈਮ ਦਾ ਸਕਿਪ ਕਰ ਦੋਗੇ ਤਾਂ ਤੁਸੀਂ ਜਲਦੀ ਪਤਲੇ ਹੋ ਜਾਓਗੇ। ਇਹੋ ਜਿਹੀ ਰੱਬ ਨੇ ਕੋਈ ਛੜੀ ਨਹੀਂ ਜਾਦੂ ਦੀ ਬਣਾਈ ਹੈ। ਪਹਿਲੀ ਗੱਲ ਤੁਸੀਂ ਫੋਕਸ ਕਰਨਾ ਬੈਲੈਂਸ ਮੀਲ 'ਤੇ। ਅਗੇਨ ਮੇਰਾ ਇਸੀ ਪੁਆਇੰਟ 'ਤੇ ਫੋਕਸ ਹੈ। ਜੇ ਤੁਸੀਂ ਰਾਤ ਦਾ ਮੀਲ ਸਕਿਪ ਕਰ ਰਹੇ ਹੋ, ਤੁਸੀਂ ਸਵੇਰ ਦਾ ਵੀ ਸਕਿਪ ਕਰ ਰਹੇ ਹੋ, ਤੁਸੀਂ ਦੇਖ ਰਹੇ ਹੋ ਕਿ ਤੁਹਾਡੇ ਸੌਣ ਦਾ ਟਾਈਮ ਅਤੇ ਸਵੇਰ ਦੇ ਮੀਲ ਦੇ ਟਾਈਮ ਦਾ 10 ਤੇ 12 ਘੰਟੇ ਦਾ ਫਰਕ ਹੈ। ਜਿਹਦੇ ਕਾਰਨ ਕੀ ਹੁੰਦਾ ਕਿ ਬਾਡੀ ਦਾ ਜਿਹੜਾ ਬ੍ਰੇਨ ਹੈ ਸਾਡਾ, ਉਹ ਕਾਰਬੋਹਾਈਡਰੇਟਸ ਦੇ ਉੱਤੇ ਡਿਪੈਂਡ ਹੈ। ਉਹਨੂੰ ਊਰਜਾ ਚਾਹੀਦੀ ਹੈ। ਉਹ ਊਰਜਾ ਤਾਂ ਹੀ ਆਏਗੀ ਜਦੋਂ ਉਹਦੇ ਅੰਦਰ ਫਿਊਲ ਹੋਏਗਾ। ਫਿਊਲ ਮਤਲਬ ਤੁਹਾਡਾ ਖਾਣਾ। ਤੇ ਜੇ ਤੁਸੀਂ ਬਾਡੀ ਨੂੰ ਆਪਣਾ ਡਿਪਰਾਈਵ ਰੱਖੋਗੇ ਤਾਂ ਉਹ ਖਾਲੀ ਸਟੋਰਸ ਦੇ ਉੱਤੇ ਅਟੈਕ ਕਰਕੇ ਤੁਹਾਨੂੰ ਹੋਰ ਪ੍ਰੋਬਲਮਸ 'ਚ ਲੈਂਡ ਕਰਵਾਏਗੀ। ਤਾਂ ਕੋਈ ਮੀਲ ਨਹੀਂ ਸਕਿਪ ਕਰਨਾ, ਬਸ ਆਪਣਾ ਬੈਲੈਂਸਡ ਮੀਲ 'ਤੇ ਧਿਆਨ ਰੱਖੋ ਕਿ ਅਸੀਂ ਖਾਣਾ ਹੈ ਬਟ ਸਮੇਂ ਦੇ ਨਾਲ ਖਾਣਾ ਹੈ ਤੇ ਕੁਆਂਟੀਟੀ ਨੂੰ ਦੇਖ ਕੇ ਖਾਣਾ ਹੈ, ਹਿਸਾਬ ਨਾਲ ਖਾਣਾ ਖਾਣਾ ਹੈ। ਕੋਈ ਐ ਨਹੀਂ ਖਾਣਾ ਵੀ ਟੁੱਟ ਪਵੋ, ਉਹ ਵਾਲਾ ਕੰਮ ਨਹੀਂ ਹੋਣਾ ਚਾਹੀਦਾ ਜੀ। ਆਪਾਂ ਢਿੱਡ ਭਰ ਕੇ ਖਾਂਦੇ ਆ। ਅੱਛਾ, ਕਈ ਡਾਈਟੀਸ਼ੀਅਨਸ, ਮੈਂ ਕਿਸੇ ਨੂੰ ਮਤਲਬ ਚੈਲੰਜ ਨਹੀਂ ਕਰਦਾ ਜਾਂ ਗੱਲ ਕਰਦਾ, ਕਈ ਕਹਿੰਦੇ ਨੇ ਕਿ 2-2 ਘੰਟੇ ਬਾਅਦ ਖਾਈ ਚੱਲੋ ਇਕੱਠਾ ਖਾਣ ਨਾਲ। ਉਹ ਕੀ ਇਹ ਹੁੰਦਾ ਸਿਸਟਮ ਐਸਾ ਜਾਂ ਨਹੀਂ? ਇਹ ਸਿਸਟਮ ਗਲਤ ਹੈ ਜਿਹੜਾ ਤੁਸੀਂ ਕਰ ਰਹੇ ਹੋ ਕਿ 2-2 ਘੰਟੇ ਬਾਅਦ ਖਾਣਾ ਹੈ। ਇਹ ਬਿਲਕੁਲ ਨਹੀਂ ਫੋਲੋ ਕਰਨਾ ਹੈ। ਤੁਸੀਂ ਹਮੇਸ਼ਾ 5 ਘੰਟੇ, ਕਿਉਂਕਿ ਜਿਹੜਾ ਤੁਹਾਡਾ ਡਾਈਜੈਸਟਿਵ ਸਿਸਟਮ ਹੈ ਉਹ 5 ਘੰਟੇ ਲੈਂਦਾ ਖਾਣਾ ਪਚਾਉਣ ਨੂੰ। ਪ੍ਰੋਟੀਨ ਤੁਹਾਡੀ ਬਾਡੀ 'ਚ 3 ਘੰਟੇ 'ਚ ਡਾਈਜੈਸਟ ਹੋਏਗਾ। ਤੁਹਾਡਾ ਕਾਰਬੋਹਾਈਡਰੇਟ 1.5 ਘੰਟਾ ਲੈਂਦਾ ਅਤੇ ਤੁਹਾਡੇ ਫਲ ਫਰੂਟ ਹੋ ਗਏ ਜਾਂ ਵੈਜੀਟੇਬਲਸ ਨੂੰ 20 ਤੋਂ 25 ਮਿੰਟ ਲੱਗਦੇ ਨੇ। ਤਾਂ ਜੇ ਅਸੀਂ ਕੁੱਲ ਸਮੇਂ ਦੇਖਿਆ ਜਾਵੇ ਤਾਂ ਇਹ 5 ਘੰਟਿਆਂ ਦੀ ਘੜੀ ਹੈ। ਜੇ ਤੁਸੀਂ ਬਾਰ-ਬਾਰ ਉਹਨੂੰ 2-2 ਘੰਟੇ ਬਾਅਦ ਕੁਝ ਖਾ ਕੇ ਡਿਸਟਰਬ ਕਰਦੇ ਹੋ ਤਾਂ ਬਾਡੀ ਦਾ ਜਿਹੜਾ ਇਨਸੂਲਿਨ ਹੈ ਉਹ ਬਾਰ-ਬਾਰ ਨਿਕਲੇਗਾ, ਉਹ ਬਾਰ-ਬਾਰ ਥੱਕ ਜਾਵੇਗਾ ਕੰਮ ਕਰਕੇ। ਤਾਂ ਉਹਨੇ ਕੀ ਕਰਨਾ ਹੈ, ਜਿਹੜੀ ਐਕਸਟਰਾ ਕੈਲੋਰੀਜ਼ ਹੈ ਇਹਨਾਂ ਨੂੰ ਫੈਟ 'ਚ ਕਨਵਰਟ ਕਰਕੇ ਤੁਹਾਡੀ ਬਾਡੀ ਦੇ ਆਰਗਨਸ ਦੇ ਉੱਤੇ ਸਿਚੁਏਟ ਕਰ ਦੇਣਾ ਹੈ ਜਾਂ ਇਹਨੂੰ ਡਿਪੋਜ਼ਿਟ ਕਰਵਾ ਦੇਣਾ ਹੈ। ਜਿਹੜਾ ਹੌਲੀ-ਹੌਲੀ ਇੱਕ ਸ਼ੁਰੂਆਤ ਹੋ ਗਈ, ਇੱਕ ਨੀਂਵ ਪੱਟੀ ਗਈ ਮੋਟਾਪੇ ਦੀ, ਜਿਹੜਾ ਕਿ ਤੁਹਾਡੇ ਗਲੈਂਡਸ ਨੂੰ ਦਬਾਊਗਾ। ਉਹ ਮੋਟਾਪਾ ਉੱਤੇ ਹਾਵੀ ਹੁੰਦਾ ਜਾਏਗਾ। ਜੇ ਤੁਸੀਂ ਦੇਖੋਗੇ ਤਾਂ ਇਹ ਫੈਟ ਰੇਸ਼ੋ ਵੱਧਦੀ ਜਾਏਗੀ, ਜਿਹਦੇ ਨਾਲ ਕਿ ਤੁਹਾਨੂੰ ਅੱਗੇ ਜਾ ਕੇ ਬਿਮਾਰ ਕਰੇਗਾ। ਤੁਸੀਂ ਜਦ ਅਗਰ ਇੱਕ ਬੈਲੈਂਸ ਮੀਲ ਖਾਓਗੇ, ਪ੍ਰੋਟੀਨ ਹੋਏਗਾ, ਕੰਪਲੈਕਸ ਕਾਰਬੋਹਾਈਡਰੇਟਸ ਹੋਣਗੇ, ਤੁਹਾਡੇ ਫੈਟਸ ਹੋਣਗੇ ਹੈਲਦੀ, ਤਾਂ ਓਬਵੀਅਸਲੀ ਤੁਹਾਨੂੰ ਭੁੱਖ ਵੀ 2-2 ਘੰਟੇ ਵਾਲਾ ਸਿਸਟਮ ਬਿਲਕੁਲ ਤੁਹਾਡਾ ਨਹੀਂ ਲੱਗੇਗਾ। ਇਹ ਤੁਸੀਂ ਜਦ ਐਕਸੈਸ ਤੁਸੀਂ 2-2 ਘੰਟੇ ਦੋਗੇ ਤਾਂ ਬਾਡੀ ਦਾ ਇਨਸੂਲਿਨ ਨੇ ਕੀ ਕਰਨਾ, ਉਹਨੇ ਫੈਟ ਨੂੰ ਹੋਰ ਇਨਫਲਾਮੇਟਰੀ ਮਾਰਕਰ ਬਣਾ ਦੇਣਾ ਬਾਡੀ ਦੇ ਅੰਦਰ ਅਤੇ ਤੁਹਾਡੀ ਇਮਿਊਨਿਟੀ ਲੋ ਕਰੇਗਾ। ਪਲੱਸ ਉਹਨੇ ਇੰਸਟੈਡ ਮਸਲ ਨੂੰ ਸਿੰਥੇਸਿਸ ਨਹੀਂ ਕਰਨਾ, ਉਹਨੇ ਉਲਟਾ ਫੈਟ 'ਚ ਕਨਵਰਟ ਹੋ ਕੇ ਤੁਹਾਨੂੰ ਮੋਟਾਪਾ ਦੇ ਕੇ ਜਾਣਾ ਹੈ। ਇਹ ਬਹੁਤ ਇੰਪੋਰਟੈਂਟ ਗੱਲ ਆ। ਹਾਲਾਂਕਿ ਬਹੁਤ ਸਾਰੀਆਂ ਚੀਜ਼ਾਂ ਦੀ ਜਾਣਕਾਰੀ ਹਜੇ ਹੋਰ ਹਾਸਲ ਕਰਨੀ ਆ। ਅੱਜ ਦੇ ਐਪੀਸੋਡ ਦਾ ਜਿਹੜਾ ਸਮਾਂ ਉਹ ਜ਼ਿਆਦਾ ਸਾਡੇ ਕੋਲ ਨਹੀਂ ਹੈਗਾ ਤੇ ਲਗਾਤਾਰ ਇਹਨਾਂ ਨਾਲ ਕਈ ਐਪੀਸੋਡ ਚੱਲਦੇ ਰਹਿਣਗੇ। ਬਹੁਤ ਪੁਆਇੰਟ ਨੇ, ਮੋਟਾਪਾ, ਡਾਇਬਟੀਜ਼, ਇਹ ਤਾਂ ਹੋਰ ਨੇ, ਹੋਰ ਬਹੁਤ ਸਾਰੀਆਂ ਬਿਮਾਰੀਆਂ ਨੂੰ ਲੈ ਕੇ ਜਾਂ ਸਾਡਾ ਕਿਸ ਤਰੀਕੇ ਦੀ ਡਾਇਟ, ਇੱਕ ਮੀਲ ਦੇ ਉੱਤੇ ਵੀ ਚਰਚਾ ਕਰਦੇ ਰਹਾਂਗੇ ਅਸੀਂ ਡਾਕਟਰ ਤਨੂ ਗੁਪਤਾ ਨਾਲ। ਤਨੂ ਜੀ, ਤੁਹਾਡਾ ਇਸ ਸਮੇਂ ਬਹੁਤ ਧੰਨਵਾਦ ਹੈ ਕਿਉਂਕਿ ਜ਼ਿਆਦਾ ਸਮਾਂ ਨਹੀਂ, ਪਰ ਜਾਂਦੇ ਸਾਡੇ ਆਡੀਅנס ਲਈ ਅੱਜ ਦੇ ਟੌਪਿਕ ਨੂੰ ਲੈ ਕੇ ਕੀ ਕਹੋਗੇ? अपना घर पे बैठे हैं,
टीवी देख रहे हैं तो अपनी आदतें सुधारिए, अपने आप को एक अलार्म मोबाइल में सेट करिए कि मैं अगर आधा घंटा कॉन्टिन्यूसली सिटिंग में हूँ तो मुझे उठ के एक आधा राउंड लेना ही लेना है। कोशिश करिए अपने, आजकल आप बहुत सारी घड़ियाँ आ रही हैं तो आप अपने पेडोमीटर का ज़रूर यूज़ करिए कि 10,000 स्टेप्स अगर आप चल लेते हो, आप अपने ब्रेन को एक्टिव रख रहे हो, आप आने वाले समय में अपने ब्रेन को बचा रहे हो कि वो बुढ़ा ना हो, तो आप एक्टिव रह रहे हो, एक एक्टिव लाइफस्टाइल की तरफ फोकस कर रहे हो। तो इस तरह धीरे धीरे आपको अपनी बॉडी अपने आप सिग्नल देना शुरू कर देगी कि मैं ठीक हूँ। अपने खान पीन का ध्यान रखो, अपने 3 ਬੈਲੈਂਸਡ ਮੀਲ ਆਪਣੇ ਘਰੇ ਬਣਾਓ ਤੇ ਖਾਓ। ਹੋ ਸਕਦਾ ਹੈ ਤੁਹਾਨੂੰ ਪਾਰਟੀਜ਼ ਬਹੁਤ ਇੰਪੋਰਟੈਂਟ ਹੈ ਵੀ ਤੁਸੀਂ ਨਹੀਂ ਅਵੋਇਡ ਕਰ ਸਕਦੇ, ਬਟ ਉੱਥੇ ਵੀ ਮਾਈਂਡਫੁਲ ਈਟਿੰਗ ਦੀ ਹੈਲਪ ਲੈ ਕੇ ਤੁਸੀਂ ਆਪਣਾ ਫੋਕਸ ਉਹਦੇ ਤੇ ਡਰਾ ਕਰ ਸਕਦੇ ਹੋ। ਬਹੁਤ ਬਹੁਤ ਧੰਨਵਾਦ। ਥੈਂਕ ਯੂ ਸੋ ਮਚ, ਥੈਂਕ ਯੂ। ਸੋ ਇਹ ਸਨ ਸਾਡੇ ਨਾਲ ਡਾਕਟਰ ਤਨੂ ਗੁਪਤਾ, ਜਿਹੜੇ ਕਿ ਡਾਈਟ ਬਾਰੇ ਅੱਜ ਗੱਲ ਕਰ ਰਹੇ ਸੀਗੇ। ਡਾਈਟ ਦੀ ਗੱਲ ਕਰੀ ਹੈ ਜਾਂ ਨਿਊਟ੍ਰੀਸ਼ਨ ਦੀ ਗੱਲ ਕਰੀ ਹੈ, ਇਹਨਾਂ ਨਾਲ ਚਰਚਾ ਚੱਲਦੀਆਂ ਰਹਿਣਗੀਆਂ ਕਿਉਂਕਿ ਬਹੁਤ ਸਾਰੀਆਂ ਪ੍ਰੋਬਲਮ ਸਾਡੀਆਂ ਇਸੇ ਕਰਕੇ ਆ। ਹਾਲਾਂਕਿ ਜੇ ਅਸਲੀਅਤ ਦੇਖੋ ਤਾਂ ਸਾਡੇ ਇੱਥੇ ਦੇ ਡਾਕਟਰਸ ਨੂੰ ਵੀ ਨਹੀਂ ਇਹ ਪਤਾ ਕਿ ਜਦੋਂ ਦਵਾਈ ਦਿੰਦੇ ਆ ਸ਼ੂਗਰ ਵਾਲੇ ਨੂੰ, ਕਈ ਵਾਰ ਜ਼ਿਆਦਾ ਕਾਰਬੋਹਾਈਡਰੇਟ ਵਾਲੀਆਂ ਮੈਡੀਸਨਸ ਦੇਈ ਜਾਂਦੇ ਨੇ, ਨਾਲ ਉਹੀ ਜਿਹੀ ਉਹ ਡਾਈਟ ਦੇ ਦਿੰਦੇ ਨੇ। ਤਾਂ ਬੈਲੈਂਸ ਮੀਲ ਕੀ ਹੈ, ਬੈਲੈਂਸ ਕਿਵੇਂ ਰੱਖਣਾ, ਕਿਵੇਂ ਕੰਮ ਕਰਦਾ, ਜੇ ਅਸੀਂ ਘਰੇ ਆ ਤਾਂ ਘਰੇ ਕਿਵੇਂ ਆਪਣੇ ਆਪ ਨੂੰ ਬੈਲੈਂਸ ਰੱਖਦੇ, ਕਿਉਂਕਿ ਹਰ ਕਿਸੇ ਦਾ ਸੰਭਵ ਨਹੀਂ ਹੁੰਦਾ ਕਿ ਉਹ ਡਾਈਟੀਸ਼ੀਅਨ ਤੱਕ ਪਹੁੰਚੇ। ਪਰ ਸਾਡਾ ਮਕਸਦ ਇਹੀ ਹੈ ਕਿ ਅਸੀਂ ਤੁਹਾਨੂੰ ਇਸ ਸ਼ੋਅ ਦੇ ਜ਼ਰੀਏ ਪੂਰੀ ਇਨਫੋਰਮੇਸ਼ਨ ਪਹੁੰਚਾਈਏ ਤਾਂ ਕਿ ਤੁਸੀਂ ਘਰ ਬੈਠ ਕੇ ਵੀ ਆਪਣੇ ਆਪ ਨੂੰ ਫਿੱਟ ਰੱਖ ਸਕੋ। ਤੁਸੀਂ ਬਣੇ ਰਹੋ ਟੀਵੀ ਪੰਜਾਬ ਦੇ ਨਾਲ। ਫਿਲਹਾਲ ਇਸ ਸ਼ੋਅ ਵਿੱਚ ਇੰਨਾ ਹੀ। ਮੈਨੂੰ ਜਸਪ੍ਰੀਤ ਸਿੰਘ ਅਸ਼ਕ ਨੂੰ ਦਿਓ ਇਜਾਜ਼ਤ। ਧੰਨਵਾਦ।